ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਚੌਥਾ। ਜਿਨ੍ਹਾਂ ਅੰਦਰ ਉਮਰ ਥਲ ਸੇਈ ਜਾਣਨ ਸੂਲੀਆ। ਹਰ ਜਾਣ ਹੈ ਸੇਈ ਬਿਰਹੋ ਹਉ ਤਿਨ ਵਿਟੋ ਸਾਧ ਘੁਮ ਘੋਲੀਆ। ਸ਼ਲੋਕ ਮਹੱਲਾ ਚੌਥਾ। ਜਿਨ੍ਹਾਂ ਅੰਦਰ ਉਮਰ ਥਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਭਗਤ ਵਛਲ ਜਗਤ ਜਲੰਦੇ ਨੂੰ ਤਾਰਨਹਾਰ ਸ਼ਬਦ ਅਵਤਾਰ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਹਾਜ਼ਰੀਆਂ ਭਰ ਰਹੇ ਗੁਰੂ ਖਾਲਸਾ ਜੀ। ਸਤਿਗੁਰੂ ਜੀ ਨੇ ਬਹੁਤ ਬਖਸ਼ਿਸ਼ ਕੀਤੀ ਹੈ। ਜਿੱਥੇ ਅਸੀਂ ਪਾਵਨ ਧਾਮ ਦੀ ਯਾਤਰਾ ਕਰ ਰਹੇ ਹਾਂ, ਪਾਵਨ ਸਥਾਨ ਦੀ ਯਾਤਰਾ ਕਰ ਰਹੇ ਹਾਂ, ਉੱਥੇ ਗੁਰੂ ਕੀ ਬਾਣੀ ਦਾ ਗੁਰਮਤਿ ਦਾ ਕੀਰਤਨ ਦਾ ਆਨੰਦ ਮਾਣ ਰਹੇ ਹਾਂ। ਵੱਖ ਵੱਖ ਥਾਵਾਂ ਤੇ ਸੇਵਾਦਾਰ ਸੇਵਾ ਵਿੱਚ ਲੱਗੇ ਹੋਏ ਨੇ। ਸਤਿਗੁਰੂ ਦੀ ਬੜੀ ਬਖਸ਼ਿਸ਼ ਹੋ ਰਹੀ ਹੈ। ਐਸੇ ਸੁਭਾਗ ਸਮੇਂ ਸਤਿਗੁਰੂ ਦੀ ਬਖਸ਼ਿਸ਼ ਨਾਲ ਹੀ ਪ੍ਰਾਪਤ ਹੋਇਆ ਕਰਦੇ हैं। ਹੁਣ ਕਥਾ ਦਾ ਸਮਾਂ ਆਇਆ ਹੈ। ਆਪ ਜੀ ਨੇ ਰਾਗੀ ਸਿੰਘਾਂ ਪਾਸੋਂ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ, ਜਿਹੜਾ ਸਭ ਤੋਂ ਵੱਡਾ ਸਾਧਨ ਹੈ ਕਲਯੁਗ ਦਾ। ਪ੍ਰਧਾਨ ਸਾਧਨ ਮਹਾਰਾਜ ਨੇ ਇਸ ਨੂੰ ਕਿਹਾ ਹੈ ਕਿ ਦੁਨੀਆ ਵਿੱਚ ਬੜੇ ਸਾਧਨ ਵਰਤੇ ਜਾਂਦੇ ਸਨ। ਪੁੱਠੇ ਲਮਕਣਾ, ਜਲ ਧਾਰੇ ਕਰਨੇ, ਜਗ ਕਰਨੇ, ਅਸਮੇਧ ਜਗ ਕਰਨੇ, ਯਾਤਰਾ ਕਰਨੀ। ਪਰ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਕੀ ਹੈ ਭਾਈ? ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ। ਜਿਹੜੇ ਕਲਯੁਗ ਦੇ ਵਿੱਚ ਗੁਰੂ ਕੇ ਪਿਆਰੇ ਗੁਰੂ ਕੀ ਬਾਣੀ ਦਾ ਕੀਰਤਨ ਸੁਣਦੇ ਹਨ ਤੇ ਫਿਰ ਕੀ ਰਤਨ ਉਹਦੇ ਬਰਾਬਰ ਕੀ ਨੇ ਭਾਈ? ਐਸੀ ਗੁਰੂ ਕੀ ਕੀਰਤੀ ਹੈ, ਮਹਿਮਾ ਹੈ। ਆਓ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ। ਸੋ ਇਹ ਜੋ ਗੌੜੀ ਦੀ ਰਾਗ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਾਰ ਬਖਸ਼ਿਸ਼ ਕੀਤੀ ਹੈ ਗੌੜੀ ਰਾਗ ਵਿੱਚ, ਇੱਥੇ ਬਹੁਤਾ ਹੀ ਵੱਡਾ ਸੰਦੇਸ਼ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਕਿਉਂਕਿ ਵੈਸੇ ਤਾਂ ਸਮੁੱਚੀ ਬਾਣੀ ਹੋਈ ਜੀਵਨ ਨੂੰ ਪ੍ਰਬੋਧਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਪਰ ਇਹ ਦੋ ਲੱਛਣ ਮਨੁੱਖ ਦੇ ਵਿੱਚ ਪਾਏ ਜਾਂਦੇ ਨੇ ਤੇ ਵਰਣਨ ਕੀਤੇ ਜਾਂਦੇ ਨੇ। ਗੁਰਬਾਣੀ ਵਿੱਚ ਵੀ ਬਹੁਤ ਵਰਣਨ ਆਇਆ ਹੈ, ਮਨਮੁਖ ਤੇ ਗੁਰਮੁਖ। ਭਾਈ ਗੁਰਦਾਸ ਜੀ ਨੇ ਵੀ ਇਹਨਾਂ ਦਾ ਬਹੁਤ ਖੁਲਾਸਾ ਕੀਤਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੀ ਇਹ ਵਾਰ ਹੈ, ਵਾਰ ਨਾਮ ਯੁੱਧ ਦਾ ਹੁੰਦਾ।
ਇਹ ਯੁੱਧ ਦਿਖਾਇਆ ਕਿ ਭਾਈ ਮਨਮੁਖ ਤੇ ਗੁਰਮੁਖ ਜਦੋਂ ਯੁੱਧ ਕਰਦੇ ਨੇ, ਮਨ ਇੱਕ ਹੀ ਹੈ, ਉਹ ਕਦੇ ਮਨਮੁਖਤਾ ਹੀ ਧਾਰਦਾ ਹੈ ਤੇ ਕਿਤੇ ਗੁਰਮੁਖਤਾ ਹੀ ਧਾਰਦਾ ਹੈ। ਪਰ ਕਹਿੰਦੇ ਜੇ ਜਿਹੜਾ ਗੁਰਮਤਿ ਨੂੰ ਧਾਰਨ ਕਰ ਲਵੇ ਫਿਰ ਫਤਿਹ ਉਹਦੀ ਹੁੰਦੀ ਹੈ, ਫਤਿਹ ਗੁਰਮੁਖਤਾਈ ਦੀ ਹੁੰਦੀ ਹੈ। ਗੁਰਮੁਖ ਜਿੱਤਾ ਮਨਮੁਖ ਹਾਰਿਆ, ਮਹਾਰਾਜ ਨੇ ਪ੍ਰਤੱਖ ਰੂਪ ਵਿੱਚ ਵਰਣਨ ਕਰ ਦਿੱਤਾ ਕਿ ਮਨਮੁਖ ਹਾਰ ਜਾਂਦਾ ਹੈ। ਕਿਉਂਕਿ ਅਸਲ ਵਿੱਚ ਜ਼ਿੰਦਗੀ ਨੂੰ ਜਿੱਤਣ ਵਾਸਤੇ, ਜ਼ਿੰਦਗੀ ਨੂੰ ਫਤਿਹ ਪਾਉਣ ਵਾਸਤੇ, ਸੋ ਜ਼ਿੰਦਗੀ ਦਾ ਮੁੱਖ ਮਨੋਰਥ ਪ੍ਰਾਪਤ ਕਰਨ ਵਾਸਤੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਵਾਰੀ ਮਿਲੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਤੂੰ ਸੋਚ ਕੇ ਵੇਖੀ, ਇਹ ਵਾਰੀ ਇਹ ਨਹੀਂ ਕਿ ਤੈਨੂੰ ਇਹ ਫਿਰ ਮਿਲ ਜਾਏਗੀ, ਜਲਦੀ ਮਿਲ ਜਾਏਗੀ। ਇਹ ਤੇਰੀ ਅਵਸਰ, ਇਹ ਤੇਰੀ ਵਾਰ। ਘਟ ਭੀਤਰ ਤੂੰ ਦੇਖ ਵਿਚਾਰ ਕਰਕੇ ਕਿ ਵਾਰੀ ਤੈਨੂੰ ਬੜੇ ਸਮੇਂ ਬਾਅਦ ਮਿਲੀ ਹੈ, ਇਹ ਤੂੰ ਅਜਾਈ ਨਾ ਗਵਾ ਲਈ। ਇਸ ਕਰਕੇ ਤੂੰ ਸੁਤੰਤਰਤਾ ਹੈ, ਗੁਰਮੁਖਤਾਈ ਵੀ ਧਾਰਨ ਕਰ ਸਕਦਾ ਹੈ ਤੇ ਮਨਮੁਖਤਾਈ ਵਿੱਚ ਵੀ ਰੁੜ ਸਕਦਾ ਹੈ। ਪਰ ਤੈਨੂੰ ਲਾਭ ਕਿਸ ਗੱਲ ਦਾ ਹੈ, ਉਹ ਸਤਿਗੁਰੂ ਨੇ ਕਿਰਪਾ ਕਰਕੇ ਆਪਾਂ ਨੂੰ ਬਹੁਤ ਵਡਮੁੱਲਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ। ਸਤਿਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਇੱਕ ਕਿਣਕਾ ਵੀ ਸਾਡੇ ਹਿਰਦੇ 'ਚ ਵਸ ਗਿਆ, ਅਸੀਂ ਉਹਨੂੰ ਕਮਾ ਲਿਆ, ਹਿਰਦੇ 'ਚ ਵਸਾ ਲਿਆ ਤੇ ਸਾਡਾ ਜੀਵਨ ਗੁਰਮੁਖਤਾਈ ਨੂੰ ਧਾਰਨ ਕਰ ਲਵੇਗਾ, ਸਤਿਗੁਰੂ ਦੀ ਬਖਸ਼ਿਸ਼ ਹੋ ਜਾਵੇਗੀ। ਸੋ ਆਓ ਸਾਰੀ ਸੰਗਤ ਇੱਕ ਵਾਰੀ ਪ੍ਰੇਮ ਵਿੱਚ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸ਼ਲੋਕ ਮਹੱਲਾ ਚੌਥਾ। ਜਿਨ੍ਹਾਂ ਅੰਦਰ ਉਮਰ ਥਲ। ਚੌਥੇ ਪਾਤਸ਼ਾਹ ਜੀ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਨ ਬਖਸ਼ਿਸ਼ ਕਰ ਰਹੇ ਨੇ। ਸ਼ਲੋਕ ਜਿਹੜਾ ਸਵੈ ਲੋਕ ਦੀ ਪ੍ਰਾਪਤੀ ਕਰਾ ਦੇਵੇ, ਸ਼ਲੋਕ ਸ਼ਬਦ ਦੀ ਚਾਲ ਵੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਭਾਈ ਇਹ ਸ਼ਲੋਕ ਨੂੰ ਸਮਝੋ ਤਾਂ ਹੀ ਸਾਡੀ ਉਸ ਪ੍ਰਮਾਤਮਾ ਦੇ ਵਿੱਚ ਭੇਦਤਾ ਬਣ ਸਕਦੀ ਹੈ। ਹਜੂਰ ਫਰਮਾਉਂਦੇ ਨੇ ਜਿਨ੍ਹਾਂ ਅੰਦਰ ਉਮਰ ਥਲ, ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਦੇ ਹਿਰਦੇ ਜਗ੍ਹਾ ਸਥਾਨ ਦੇ ਉੱਪਰ, ਕਹਿੰਦੇ ਭਾਈ ਥਲ ਨਾਮ ਥਾਂ ਦਾ ਹੈ, ਉਮਰ ਨਾਮ ਉਮਾਦ ਹੈ। ਜਿਨ੍ਹਾਂ ਦੇ ਮਨ ਦੇ ਅੰਦਰ ਉਮਾ ਅੰਦਰ ਪੈਦਾ ਹੋਇਆ, ਉਮਕਿਆ ਹੋਇਆ ਹੈ, ਅਮਕਾ ਪੈਦਾ ਹੋ ਰਿਹਾ ਹੈ। ਹਜੂਰ ਫਰਮਾਉਂਦੇ ਹਨ ਕਿ ਭਾਈ ਵੈਸਾਖ ਧੀਰਨ ਕਿਉਂ ਵਾਢੀਆ, ਜਿਨ੍ਹਾਂ ਪ੍ਰੇਮ ਵਿਸ਼ੋਹ। ਵਿਸਾਖ ਦੇ ਮਹੀਨੇ ਰਾਹੀਂ ਵੀ ਮਹਾਰਾਜ ਨੇ ਇਸ ਪਵਿੱਤਰ ਉਪਦੇਸ਼ ਨੂੰ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਪ੍ਰੇਮ ਦੇ ਵਿੱਚ ਜਿਨ੍ਹਾਂ ਨੂੰ ਵੀ ਇਹ ਸਮਝ ਪੈ ਗਈ ਕਿ ਪ੍ਰਭੂ ਨਾਲ ਵਿਛੋੜਾ ਪਿਆ ਹੋਇਆ ਹੈ ਤੇ ਮਨ ਦੇ ਵਿੱਚ ਉਮਕ ਆਇਆ ਪ੍ਰੇਮ, ਪੈਦਾ ਹੋ ਗਿਆ ਉਤਸ਼ਾਹ ਕਿ ਅਸੀਂ ਉਸੇ ਪ੍ਰਭੂ ਨੂੰ ਫਿਰ ਮਿਲਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਜਿਨ੍ਹਾਂ ਅੰਦਰ ਉਮਰ ਥਲ, ਇਸ ਥਲ ਦੇ ਉੱਪਰ ਜਿਹਦੇ ਵਿੱਚ ਉਮਕਿਆ ਹੈ ਪ੍ਰਭੂ ਨੂੰ ਮਿਲਣ ਦਾ ਪ੍ਰੇਮ ਚਾਓ। ਸੇਈ ਜਾਣਨ ਸੂਲੀਆ। ਸੂਲੀਆ ਨਾਮ ਦੁੱਖ ਦਾ ਹੈ। ਕਹਿੰਦੇ ਭਾਈ ਉਹ ਜਾਣਦੇ ਆ ਕਿ ਕੋਈ ਦੁੱਖ ਨਹੀਂ, ਉਸ ਦੁੱਖ ਨੂੰ ਸਮਝਦੇ ਨੇ। ਜਿਹੜਾ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਆ ਨਾ, ਦੁੱਖ ਦਾਰੂ ਸੁਖ ਰੋਗ ਭਇਆ, ਇਸ ਨੂੰ ਉਹ ਗੱਲ ਨੂੰ ਸਮਝਦੇ ਨੇ ਚੰਗੀ ਤਰ੍ਹਾਂ। ਸਾਨੂੰ ਲੱਗਦਾ ਕਿ ਅੰਮ੍ਰਿਤ ਵੇਲੇ ਉੱਠਣਾ ਬੜਾ ਦੁਖਦਾਈ ਲੱਗਦਾ ਹੈ, ਗੁਰੂ ਕੀਆਂ ਰਹਿਤਾਂ ਰੱਖਣੀਆਂ, ਕਰਹਿਤਾਂ ਤੋਂ ਬਚਣਾ, ਤਿਆਰ ਬਰ ਤਿਆਰ ਰਹਿਣਾ, ਜਿਸ ਨੂੰ ਭਾਈ ਗੁਰਦਾਸ ਜੀ ਨੇ ਕਿਹਾ ਹੈ ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ। ਔਖਾ ਲੱਗਦਾ ਨਾ, ਪਰ ਉਹਨਾਂ ਨੇ ਸਮਝ ਲਿਆ ਕਿ ਨਹੀਂ, ਇਸ ਰਸਤੇ ਤੇ ਚੱਲ ਕੇ ਹੀ ਉਸ ਪ੍ਰਭੂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਪ੍ਰੇਮ ਦਾ ਰਸਤਾ ਹੀ ਇਹ ਹੈ। ਸਾਧ ਸੰਗਤ ਜੀ, ਜਦੋਂ ਪ੍ਰੇਮ ਦੇ ਰਸਤੇ ਦੀ ਵਿਆਖਿਆ ਕਰਦੇ ਹਾਂ, ਉਮਾ ਪੈਦਾ ਹੁੰਦਾ ਜਿਸ ਤਲ ਦੇ ਉੱਪਰ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਮਹਾਰਾਜ ਜੀ ਆਪ ਜੀ ਕਿਰਪਾ ਕਰੋ, ਪ੍ਰੇਮ ਦੀ ਅਵਸਥਾ ਦੱਸੋ
ਕਿ ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਮਨ ਵਿੱਚ ਪ੍ਰੇਮ ਪੈਦਾ ਹੋ ਜਾਂਦਾ ਹੈ, ਉਹਨਾਂ ਦੀ ਅਵਸਥਾ ਕੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਜਿਹੜਾ ਪ੍ਰਭੂ ਦਾ ਪ੍ਰੇਮ ਹੈ ਨਾ, ਪ੍ਰੇਮ ਕਈ ਕਿਸਮ ਦਾ ਹੈ। ਪਤੀ ਪਤਨੀ ਦਾ ਪ੍ਰੇਮ ਹੈ, ਪਿਤਾ ਪੁੱਤਰ ਦਾ ਪ੍ਰੇਮ ਹੈ, ਮਿੱਤਰ ਦਾ ਮਿੱਤਰ ਨਾਲ ਪ੍ਰੇਮ ਹੈ। ਇਹਨਾਂ ਨਾਲੋਂ ਵੱਖਰਾ ਇੱਕ ਪ੍ਰਭੂ ਦੇ ਨਾਲ ਪਿਆਰ ਹੈ, ਪ੍ਰਭੂ ਦੇ ਨਾਲ ਪ੍ਰੇਮ ਹੈ, ਜਿਹਦੇ ਪ੍ਰਥਾਏ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਦੋਂ ਉਸ ਪ੍ਰੇਮ ਦੀ ਗੱਲ ਆਈ ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਕਹਿੰਦੇ ਭਾਈ ਇਹ ਪ੍ਰੇਮ ਦੀ ਗਲੀ, ਪ੍ਰੇਮ ਦਾ ਰਸਤਾ ਇਹੋ ਜਿਹਾ ਹੈ, ਇਹਦੇ ਵਿੱਚ ਜੇ ਅਖਿਆਈਆਂ ਸਮਝੀਏ। ਅੱਜ ਤਾਂ ਬੜੀ ਨੰਬਰਤਾ ਬਣੀ ਹੈ, ਕਿਸੇ ਨੇ 2-4 ਸਾਲ ਜੇਲ੍ਹ ਕੱਟ ਲਈ, ਕਹਿੰਦਾ ਮੇਰੀ ਬੜੀ ਕੁਰਬਾਨੀ ਹੈ, ਮੈਂ ਪੰਥ ਤੇ ਬੜਾ ਵੱਡਾ ਆਸਾਨ ਕਰਤਾ। ਖੇਲ ਹੀ ਬਦਲ ਗਈ। ਨਹੀਂ ਭਾਈ, ਧੰਨ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੀ ਸਾਨੂੰ ਭੁੱਲ ਗਿਆ। ਮਹਾਰਾਜ ਤਾਂ ਕਹਿੰਦੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੇ ਤਾਂ ਚਾਹ ਹੈ ਤੇਰੇ ਮਨ ਵਿੱਚ ਕਿ ਪ੍ਰਭੂ ਨਾਲ ਪ੍ਰੇਮ ਦੀ ਖੇਡ ਖੇਡਣੀ ਹੈ ਮੈਂ, ਤੇ ਫੇਰ ਸਿਰ ਦੇ ਕੇ ਵੀ ਕਾਨ ਨਹੀਂ ਕਰਨੇ। ਇਹ ਸਤਿਗੁਰੂ ਦਾ ਹੁਕਮ ਹੈ। ਇਸ ਵਾਸਤੇ ਭਾਈ ਇਸ ਪ੍ਰੇਮ ਦੇ ਵਿੱਚ ਜਿਨ੍ਹਾਂ ਦੇ ਅੰਦਰ ਇਹ ਪ੍ਰੇਮ ਪੈਦਾ ਹੋ ਗਿਆ, ਤਾਂ ਸਤਿਗੁਰੂ ਜੀ ਫਰਮਾਉਂਦੇ ਨੇ, ਦੂਸਰਾ ਅਰਥ ਦੱਸਦੇ ਨੇ, ਜਿਨ੍ਹਾਂ ਅੰਦਰ ਉਮਰ ਥਲ, ਜਿਨ੍ਹਾਂ ਦਾ ਉਮਰ ਦਾ ਤਲ ਪੂਰਾ ਹੋ ਗਿਆ, ਉਮਰ ਤਲ ਤੇ ਪਹੁੰਚ ਗਈ ਹੈ, ਭਾਵ ਬਿਰਧ ਅਵਸਥਾ ਆ ਗਈ ਹੈ, ਉਮਰ ਪੁੱਗ ਚੁੱਕੀ ਹੈ। ਜਿਨ੍ਹਾਂ ਅੰਦਰ ਉਮਰ ਦਾ ਥਲ ਪੂਰਾ ਹੋ ਗਿਆ ਹੈ, ਸਹੀ ਜਾਣਨ ਸੋਲੀਆਂ। ਕਹਿੰਦੇ ਫਿਰ ਉਹਨਾਂ ਨੂੰ ਇਹ ਸਮਝ ਪੈਂਦੀ ਹੈ ਜਿਹੜੇ ਗੁਰਮੁਖ ਨੇ, ਕਿ ਹੁਣ ਜਿਹੜਾ ਅੱਗਾ ਹੈ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ, ਅੱਗਾ ਨੇੜਾ ਆਇਆ ਪਿੱਛੇ ਰਹਿਆ ਦੂਰ। ਹੁਣ ਕਹਿੰਦੇ ਅੱਗਾ ਨੇੜੇ ਆ ਗਿਆ, ਪਰਲੋਕ ਦੇ ਵਿੱਚ ਮੇਰੇ ਕੀਤੇ ਹੋਏ ਕਰਮਾਂ ਦੇ ਉੱਪਰ ਨਿਬੇੜਾ ਹੋਣਾ ਹੈ। ਤੇ ਫਿਰ ਉਹ ਸਮਝਦਾ ਹੈ ਕਿ ਉਮਰ ਭਾਵੇਂ ਬਿਰਧ ਹੋ ਗਈ ਹੈ, ਪਰ ਸਹੀ ਜਾਣਨ ਸੂਲੀਆਂ। ਪਰ ਫਿਰ ਬਿਰਧ ਅਵਸਥਾ ਦੇ ਵਿੱਚ ਵੀ ਉਹ ਰੀਂਗ ਕੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਨੇ, ਕਿਉਂਕਿ ਜਿਨ੍ਹਾਂ ਅੰਦਰ ਉਮਰ ਥਲ, ਜਿਹੜੇ ਥਲ ਤੇ ਪਹੁੰਚ ਚੁੱਕੇ ਆ ਨਾ, ਉਹਨਾਂ ਦੀ ਉਮਰ ਪੂਰੀ ਹੋ ਚੁੱਕੀ ਹੈ। ਤੇ ਜਿਹੜੇ ਗਾਂਹ ਥਲ ਤੇ ਜਾਣਾ ਹੈ, ਉਹਦੀ ਤਿਆਰੀ ਵਿੱਚ ਸਹੀ ਜਾਣਨ ਸੋਲੀਆਂ। ਉਹ ਸੋਲੀਆਂ ਨੂੰ ਜਾਣਦੇ ਨੇ, ਸਤ ਸੰਗਤ ਦਾ ਆਨੰਦ ਵੀ ਮਾਣਦੇ ਨੇ, ਉਹ ਨਿਤਨੇ ਵੀ ਨਹੀਂ ਤਿਆਗਦੇ, ਉਹ ਪ੍ਰਭੂ ਭਗਤੀ ਵਿੱਚ ਵੀ ਲੱਗੇ ਰਹਿੰਦੇ ਨੇ। ਕਿ ਨਹੀਂ, ਜਿੰਨੀ ਦੇਰ ਤੱਕ ਇਸ ਸਰੀਰ ਰੂਪੀ ਪਿੰਜਰੇ ਵਿੱਚ ਸਵਾਸ ਹੈ ਚੱਲਦੇ ਨੇ, ਉਨੀ ਦੇਰ ਇੱਕ ਸਵਾਸ ਵੀ ਬਿਰਥਾ ਨਾ ਚਲਿਆ ਜਾਵੇ। ਸਾਧ ਸੰਗਤ ਜੀ, ਉਹ ਇਸ ਆਹਰ ਵਿੱਚ ਲੱਗੇ ਰਹਿੰਦੇ ਨੇ। ਇਹ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਜਿਨ੍ਹਾਂ ਅੰਦਰ ਉਮਰ ਥਲ, ਉਸ ਭਾਈ ਜਿਨ੍ਹਾਂ ਦੇ ਅੰਦਰ ਉਮਾਦ ਦਾ ਉਛਾਲਾ ਪੈਦਾ ਹੁੰਦਾ ਹੈ, ਸਹੀ ਜਾਣਨ ਸੂਲੀਆਂ। ਕਹਿੰਦੇ ਭਾਈ ਉਹ ਔਖੇ ਤੋਂ ਔਖੇ ਰਸਤਿਆਂ ਤੇ ਚੱਲ ਕੇ ਵੀ ਪਰਮਾਤਮਾ ਦੇ ਮਾਰਗ ਤੇ ਚੱਲਦੇ ਹਨ। ਹਰ ਜਾਣ ਹੈ ਸੇਈ ਬਿਰਹੋ, ਕਿਉਂਕਿ ਉਹ ਜਾਣਦੇ ਨੇ ਕਿ ਹਰੀ ਦੇ ਨਾਲ ਜਿਹੜਾ ਸਾਡਾ ਬਿਰਹੋ ਵਿਛੋੜਾ ਪਿਆ ਹੈ, ਉਹਨੂੰ ਮਿਟਣਾ ਕਿਵੇਂ ਹੈ। ਉਸ ਵਿਛੋੜੇ ਦੇ ਦਰਦ ਨੂੰ ਜਾਣਦੇ ਹਨ। ਹਾਉ ਤਿਨ ਵਿਟੋ ਸਾਧ ਘੁੰਮ ਘੋਲੀਆ। ਕਹਿੰਦੇ ਭਾਈ ਜਿਹੜੇ ਇਸ ਰਸਤੇ ਤੇ ਗੁਰਮੁਖ ਪਿਆਰੇ ਚੱਲਦੇ ਨੇ, ਜਿਹੜੇ ਪ੍ਰਭੂ ਦੇ ਵਿਛੋੜੇ ਨੂੰ ਸਮਝਦੇ ਨੇ ਤੇ ਉਸ ਵਿਛੋੜੇ ਦੇ ਪੰਧ ਨੂੰ ਮੇਟਣ ਲਈ ਯਤਨਸ਼ੀਲ ਨੇ। ਕਹਿੰਦੇ ਅਸੀਂ ਉਹਨਾਂ ਦੇ ਉਦਮ ਤੋਂ, ਉਹਨਾਂ ਦੇ ਜੀਵਨ ਤੋਂ, ਉਹਨਾਂ ਦੀ ਘਾਲ ਤੋਂ, ਕਮਾਈ ਤੋਂ, ਸਿਮਰਨ ਤੋਂ, ਬੰਦਗੀ ਤੋਂ ਘੋਲ ਕਮਾਈ ਜਾਂਦੇ ਹਾਂ, ਉਹਨਾਂ ਤੋਂ ਅਸੀਂ ਵਾਰਨੇ ਜਾਂਦੇ ਹਾਂ। ਹਰ ਮੇਲੋ ਸੱਜਣ ਪੁਰਖ। ਸਤਿਗੁਰੂ ਜੀ ਮਿਹਰ ਕਰੋ, ਕਿਰਪਾ ਕਰੋ, ਸਾਨੂੰ ਵੀ ਇਹੋ ਜਿਹੇ ਸੱਜਣ, ਇਹੋ ਜਿਹੇ ਪੁਰਖ ਮੇਲ ਦਿਓ, ਅਥਵਾ ਇਹੋ ਜਿਹੇ ਪੁਰਖ ਅਕਾਲ ਪੁਰਖ ਦੇ ਨਾਲ ਸਾਡੀ ਅਭੇਦਤਾ ਕਰਵਾ ਦਿਓ। ਮੇਰਾ ਸਿਰ ਤਿੰਨ ਵਿਟੋ ਤਲ ਰੋਲੀਆ। ਕਹਿੰਦੇ ਇਹੋ ਜੀ ਮਹਾਰਾਜ ਸਾਡੇ ਤੇ ਕਿਰਪਾ ਕਰ ਦਿਓ, ਸਾਡੇ ਚ ਹੰਗਤਾ ਨਾ ਰਵੇ। ਸਾਡਾ ਹੰਕਾਰ ਰੂਪ ਸਿਰ ਉਹਨਾਂ ਗੁਰਮੁਖ ਪਿਆਰਿਆਂ ਦੇ ਚਰਨਾਂ ਦੀਆਂ ਤਲੀਆਂ ਥੱਲੇ
ਰੁਲਦਾ ਹੋਇਆ ਨਜ਼ਰ ਆਵੇ। ਮਹਾਰਾਜ ਜੀ ਇੰਨੀ ਸਾਡੇ ਤੇ ਕਿਰਪਾ ਕਰ ਦਿਓ, ਇੰਨੀ ਨਿਮਰਤਾ ਬਖਸ਼ ਦਿਓ, ਇੰਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਰਮਾਨਤਾ ਦੀ ਸਾਡੇ ਤੇ ਬਖਸ਼ਿਸ਼ ਕਰ ਦਿਓ। ਕਿਉਂਕਿ ਜਿਹੜੀ ਹੰਗਤਾ ਹੈ ਨਾ, ਹੰਗਤਾ ਬਹੁਤ ਕਿਸਮ ਦੀ ਹੈ। ਸਭ ਤੋਂ ਭੈੜੀ ਹੰਗਤਾ ਆਪਣੀ ਕਮਾਈ ਦੀ ਹੈ, ਆਪਣੀ ਭਉ ਭਗਤੀ ਦੀ ਹੈ, ਸਾਧ ਸੰਗਤ ਦੀ ਆਪਣੀ ਕਿਰਤ ਦੀ ਹੈ, ਆਪਣੀ ਰਹਿਤ ਦੀ ਹੈ। ਜਿਹੜੇ ਕੁਝ ਅਸੀਂ ਇਸ ਹੰਗਤਾ ਵਿੱਚ ਫਸ ਜਾਂਦੇ ਆ ਨਾ ਕਿ ਮੇਰੇ ਵਰਗਾ ਸਿੱਖ ਨਹੀਂ, ਮੇਰੇ ਵਰਗਾ ਅੰਮ੍ਰਿਤ ਵੇਲੇ ਉੱਠਣ ਵਾਲਾ ਹੀ ਕੋਈ ਨਹੀਂ, ਮੇਰੇ ਜਿੰਨੀ ਬੰਦਗੀ ਕੋਈ ਨਹੀਂ ਕਰਦਾ। ਜਿਹੜੀ ਇਹ ਹੰਗਤਾ ਨਾ, ਇਹ ਸਭ ਤੋਂ ਮਾੜੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰ ਦਿਓ, ਸਾਡੇ ਵਿੱਚ ਇਹ ਹੰਗਤਾ ਨਾ ਆਵੇ, ਬਲਕਿ ਸਾਡਾ ਤਾਂ ਸਿਰ ਉਹਨਾਂ ਗੁਰੂ ਪਿਆਰਿਆਂ ਦੇ ਚਰਨਾਂ ਦੀਆਂ ਤਲੀਆਂ ਥੱਲੇ ਸੇਵਾਦਾਰ ਬਣ ਕੇ ਰੁਲਦਾ ਹੋਇਆ ਨਜ਼ਰ ਆਵੇ। ਮਹਾਰਾਜ ਇਹੋ ਜੀ ਕਿਰਪਾ ਕਰ ਦਿਓ। ਜੋ ਸਿੱਖ ਗੁਰ ਕਾਰ ਕਮਾਵਹਿ। ਜਿਹੜਾ ਸਿੱਖ ਗੁਰੂ ਦੀ ਕਹੀ ਹੋਈ ਕਾਰ ਨੂੰ, ਕਿਰਤ ਨੂੰ ਕਮਾਉਂਦਾ ਹੈ। ਸਾਧ ਸੰਗਤ ਜੀ, ਗੁਰੂ ਦੀ ਕਾਰ ਕੀ ਹੈ? ਸਾਨੂੰ ਮਹਾਰਾਜ ਨੇ ਵਹਿਮਾਂ ਭਰਮਾਂ ਪਖੰਡਾਂ ਚੋਂ ਕੱਢਿਆ। ਬੜੀ ਮਹਾਰਾਜ ਨੇ ਕਿਰਪਾ ਕੀਤੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜਿੱਥੇ ਭਾਈ ਗੁਰਦਾਸ ਜੀ ਲਿਖਦੇ ਨੇ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ, ਕਿ ਇੱਥੇ ਵਹਿਮਾਂ ਭਰਮਾਂ ਦੀ ਬੜੀ ਧੁੰਦ ਫੈਲੀ ਹੋਈ ਸੀ। ਕਿ 10 ਰੂਪ ਧਾਰ ਕੇ ਸਤਿਗੁਰੂ ਨੇ ਵੱਖਰੇ ਵੱਖਰੇ ਸਮੇਂ ਵਿੱਚ ਵੱਖਰੇ ਵੱਖਰੇ ਢੰਗ ਦੇ ਨਾਲ, ਬਹੁਤ ਪਿਆਰ ਦੇ ਨਾਲ ਗੁਰਸਿੱਖਾਂ ਨੂੰ ਸਮਝਾ ਕੇ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਰ ਚੀਜ਼ ਸਾਨੂੰ ਸੁਤੰਤਰ ਬਖਸ਼ਤੀ। ਦੇਖੋ, ਸਾਨੂੰ ਸੁੱਖ ਵੀ ਦਿੱਤੇ ਮਹਾਰਾਜ ਨੇ, ਸਾਡੇ ਵਾਸਤੇ ਸਾਰੇ ਸਾਧਨ ਵੀ ਪੈਦਾ ਕੀਤੇ। ਜਦੋਂ ਮਹਾਰਾਜ ਨੇ ਧਰਮ ਚਲਾਇਆ, ਸਾਨੂੰ ਸੁਤੰਤਰ ਬਾਣੀ ਨਾਲ ਜੋੜਿਆ। ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਨੂੰ ਤੀਰਥ ਯਾਤਰਾ ਵਾਸਤੇ ਮਹਾਰਾਜ ਨੇ ਪਵਿੱਤਰ ਸਰੋਵਰ ਦਿੱਤੇ। ਸਤਿਗੁਰੂ ਜੀ ਨੇ ਸਾਡੇ ਤੇ ਰਹਿਮਤ ਕੀਤੀ, ਸਾਨੂੰ ਆਪਣੀ ਸੁਤੰਤਰ ਰਹਿਤ ਬਖਸ਼ਿਸ਼ ਕੀਤੀ। ਮਹਾਰਾਜ ਨੇ ਜਿਹੜਾ ਗੁਰੂ ਕਾ ਸਿੱਖ ਹੈ ਉਹ ਤਿਆਰ ਬਰ ਤਿਆਰ ਹੋਵੇ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਦੀ ਬੇਅਦਬੀ ਨਾ ਕਰੇ, ਕੇਸਾਂ ਨੂੰ ਕਟਾਵੇ ਨਾ, ਮਨਾਵੇ ਨਾ, ਕੋਈ ਦਵਾਈ ਲਾ ਕੇ ਕੇਸਾਂ ਨੂੰ ਖਤਮ ਨਾ ਕਰੇ। ਸਾਧ ਸੰਗਤ ਜੀ, ਇਹ ਗੁਰਸਿੱਖ ਦੀ ਰਹਿਤ ਹੈ। ਕਿਉਂਕਿ ਸੇਖ ਜਦੋਂ ਕੇਸਾਂ ਦਾ ਅਸੀਂ ਵਰਣਨ ਕਰਦੇ ਆ ਨਾ, ਤਾਂ ਫਿਰ ਬੜਾ ਲੰਬਾ ਇਤਿਹਾਸ ਹੈ, ਸਮਾਂ ਸੀਮਿਤ ਹੈ, ਦਾਸ ਕੋਈ ਸਾਖੀ ਵਾਲੇ ਪਾਸੇ ਨਹੀਂ ਜਾ ਸਕਦਾ। ਪਰ ਮੈਂ ਸੰਖੇਪ ਰੂਪ ਵਿੱਚ ਵਰਣਨ ਕਰਾਂ। ਕੌਣ ਸੀ ਭਾਈ ਤਾਰੂ ਸਿੰਘ, ਜਿਹਨੂੰ ਇਹ ਕਿਹਾ ਗਿਆ ਸੀ ਨਾ ਕਿ ਗੁਰਸਿੱਖਾ ਤੂੰ ਕੇਸ ਕਟਾ ਦੇ ਤੇ ਤੈਨੂੰ ਸਾਰੀ ਤੇਰੀ ਬੰਦ ਖਲਾਸੀ ਕਰ ਦਿਆਂਗੇ, ਤੈਨੂੰ ਫੌਜਾਂ ਦੇ ਦਿਆਂਗੇ, ਤੈਨੂੰ ਘੋੜੇ ਦਿਆਂਗੇ, ਸ਼ਸਤਰ ਦਿਆਂਗੇ, ਤੈਨੂੰ ਸੂਬੇਦਾਰ ਬਣਾ ਦਿਆਂਗੇ, ਸੂਬੇ ਦਾ ਰਾਜ ਦੇ ਦਿਆਂਗੇ। ਬੜੀਆਂ ਖਿਲਤਾਂ ਦਿੱਤੀਆਂ। ਪਰ ਗੁਰੂ ਕਾ ਸਿੱਖ ਕਹਿੰਦਾ ਵੀ ਤੁਸੀਂ ਤੇ ਸ਼ਰਤ ਹੀ ਗਲਤ ਰੱਖ ਰਹੇ ਆ, ਕੇਸ ਤੇ ਮੇਰੇ ਹੈ ਹੀ ਨਹੀਂ। ਇਹ ਤਾਂ ਜਦੋਂ ਮੈਂ ਖੰਡੇ ਦਾ ਅੰਮ੍ਰਿਤ ਛਕਿਆ, ਇਹ ਤੇ ਮੈਂ ਤਨ ਮਨ ਧਨ ਗੁਰੂ ਨੂੰ ਸੌਂਪ ਦਿੱਤਾ, ਤੇ ਪੰਜਾਂ ਪਿਆਰਿਆਂ ਨੇ ਮੈਨੂੰ ਜਿਹੜੀ ਰਹਿਤ ਦਿੱਤੀ ਹੈ ਨਾ, ਉਹਦੇ ਵਿੱਚ ਪੰਜਵੇਂ ਕੇਸ ਨੇ। ਕੇਸ ਜੇ ਕੇਸ ਨਹੀਂ ਤਾਂ ਮੇਰੀ ਰਹਿਤ ਹੀ ਖਤਮ ਹੋ ਜਾਵੇਗੀ, ਮੈਂ ਸਿੱਖ ਹੀ ਨਹੀਂ ਫਿਰ। ਇਸ ਕਰਕੇ ਕੇਸ ਨਹੀਂ ਕਟਾ ਸਕਦਾ। ਤੁਸੀਂ ਸਾਖੀ ਜਾਣਦੇ ਹੋ, ਭਾਈ ਸਾਹਿਬ ਦਾ ਖੋਪਰਾ ਲੈ ਗਿਆ ਪਰ ਕੇਸ ਨਹੀਂ ਕੱਟੇ ਗਏ। ਕਿਉਂਕਿ ਜਦੋਂ ਕੇਸ ਕੱਟਣ ਲੱਗੇ ਨਾ, ਤੇ ਗੁਰਸਿੱਖ ਦਾ ਇੰਨਾ ਪਿਆਰ, ਜਿਨ੍ਹਾਂ ਅੰਦਰ ਉਮਰ ਸਾਲ ਸਹੀ ਜਾਣਨ ਸੋਲੀਆਂ, ਜਿਨ੍ਹਾਂ ਦੇ ਅੰਦਰ ਅਮਾਸ ਸੀ ਪ੍ਰਮਾਤਮਾ ਦੇ ਪ੍ਰੇਮ ਦਾ, ਤੇ ਜਦੋਂ ਕੇਸ ਕੱਟਣ ਲੱਗੇ ਉਹਨੇ ਇੱਕੋ ਹੀ ਅਰਦਾਸ ਕੀਤੀ, ਸਤਿਗੁਰੂ ਇਹ ਸਿੱਖੀ ਤਾਂ ਤੇਰੀ ਆ, ਇਹ ਗੱਲ ਮੇਰੀ ਨਹੀਂ ਕਿ ਤਾਰੂ ਸਿੰਘ ਦੇ ਕੇਸ ਕੱਟੇ ਗਏ। ਨਹੀਂ, ਇਹਨਾਂ ਜ਼ਾਲਮਾਂ ਨੇ ਕਹਿਣਾ ਕਿ ਬੜੀ ਹੈਂਕੜ ਕਰਦਾ ਸੀ ਆਪਦੀ ਸਿੱਖੀ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਦੇ ਅਸੀਂ ਕੇਸ ਕੱਟ ਦਿੱਤੇ। ਮਹਾਰਾਜ ਜੀ ਆਪ ਕਿਰਪਾ ਕਰੋ, ਮੇਰਾ ਬੰਦ ਕੱਟਿਆ ਜਾਵੇ, ਮੇਰੀ ਗਰਦਨ ਕੱਟੀ ਜਾਵੇ, ਮੇਰੇ ਕੇਸ ਨਾ ਕੱਟੇ ਜਾਣ। ਅਰਦਾਸ ਕੀਤੀ, ਤੇ ਜਦੋਂ ਹੱਥ ਜੋੜ ਕੇ ਅਰਦਾਸ ਕੀਤੀ, ਫਰਿਆਦ ਕੀਤੀ, ਤੇ ਫਿਰ ਇਤਿਹਾਸ ਦੱਸਦਾ ਹੈ ਕਿ ਯਤਨ ਕੀਤਾ ਜ਼ਾਲਮਾਂ ਨੇ, ਕੇਸ ਨਹੀਂ ਕੱਟੇ ਗਏ। ਨਹੀਂ ਕੇਸ ਕੱਟੇ ਗਏ ਤਾਂ ਫਿਰ ਖੋਪਰਾ ਲੱਥ ਗਿਆ। ਖੋਪਰਾ ਲੱਥ ਕੇ ਵੀ ਅਡੋਲ 21 ਦਿਨ ਭਾਈ ਸਾਹਿਬ ਖੋਪਰਾ ਲੱਥੇ ਤੋਂ ਬੈਠੇ ਰਹੇ। ਸਾਧ ਸੰਗਤ, ਜਦੋਂ ਤੱਕ ਮੌਕੇ ਦੇ ਬਾਦਸ਼ਾਹ ਨੂੰ
ਛਿੱਤਰ ਦੇ ਅੱਗੇ ਲਾ ਕੇ ਤੋਰ ਕੇ ਨਹੀਂ ਗਏ, ਉਦੋਂ ਤੱਕ ਉਸੇ ਤਰ੍ਹਾਂ ਚੌਂਕੜਾ ਮਾਰ ਕੇ ਬੈਠੇ ਰਹੇ। ਸਾਖੀ ਤੁਸੀਂ ਜਾਣਦੇ ਹੋ। ਇਸ ਵਾਸਤੇ ਗੁਰਸਿੱਖ ਦੀ ਰਹਿਤ ਹੈ, ਇਹ ਗੁਰਸਿੱਖ ਦੀ ਕਰਨੀ ਹੈ। ਗੁਰੂ ਦਾ ਹੁਕਮ ਹੈ ਕਿ ਗੁਰੂ ਕਾ ਸਿੱਖ ਇਸ ਰਹਿਤ ਵਿੱਚ ਪ੍ਰਪੱਕ ਰਹੇ। ਅਸੀਂ ਫੈਸ਼ਨ 'ਚ ਪੈ ਗਏ। ਸਾਧ ਸੰਗਤ ਜੀ, ਬਹੁਤ ਸਸਤੇ ਮੁੱਲ ਦੇ ਵਿੱਚ ਹੀਰਿਆਂ ਵਰਗਾ ਜਨਮ ਅਸੀਂ ਕੌਡੀਆਂ ਬਦਲੇ ਬਰਬਾਦ ਕਰ ਰਹੇ ਹਾਂ। ਸਾਧ ਸੰਗਤ ਜੀ, ਕਿਸੇ ਨੇ ਦਾੜੀ ਕੱਟ ਦਿੱਤੀ, ਕਿਸੇ ਨੇ ਦਾੜੀ ਰੰਗ ਲਈ, ਕਿਸੇ ਨੇ ਹੋਰ ਫੈਸ਼ਨ ਕਰ ਲਏ। ਆ ਸਾਡੀਆਂ ਬੀਬੀਆਂ ਭੈਣਾਂ ਦੇ ਦਾੜੀਆਂ ਨਹੀਂ ਆਉਂਦੀਆਂ, ਇਹਨਾਂ ਨੇ ਭਰਵੱਟੇ ਹੀ ਮੰਨ ਦਿੱਤੇ। ਹੋਰ ਕਈ ਤਰ੍ਹਾਂ ਦੇ ਇਹਨਾਂ ਨੇ ਆਪਣੇ ਫੈਸ਼ਨ ਦੇ ਵਿੱਚ ਹੀ ਸਿੱਖੀ ਰੋੜ ਦਿੱਤੀ ਕਿ ਅਸੀਂ ਉਹ ਸਿੱਖ ਰਹਿ ਗਏ। ਹੁਣ ਨਹੀਂ, ਸਾਨੂੰ ਫਿਰ ਪੰਜਾਂ ਕਕਾਰਾਂ ਦੀ ਰਹਿਤ ਦਿੱਤੀ ਮਹਾਰਾਜ ਨੇ ਕਿ ਗੁਰੂ ਕੇ ਸਿੱਖ ਪੰਜਾਂ ਕਕਾਰਾਂ ਦੀ ਰਹਿਤ ਰੱਖਣ। ਗੁਰੂ ਕੇ ਸਿੱਖ ਪਖੰਡ ਤੋਂ ਬਚ ਕੇ ਰਹਿਣ। ਆ ਜਿਹੜੇ ਤੁਰੇ ਫਿਰਦੇ ਨਾ, ਕਈ ਹਰੀਆਂ ਦੀਆਂ ਚਾਦਰਾਂ ਚੱਕ ਕੇ, ਕਈ ਝੂਠਿਆਂ ਸੌਦਿਆਂ ਦੇ ਤੇ ਕਈ ਰਾਹ ਦੇ ਸਵਾਮੀਆਂ ਦੇ ਤੁਰੇ ਫਿਰਦੇ ਆ। ਮਹਾਰਾਜ ਨੇ ਬੜਾ, ਦਸਮ ਪਾਤਸ਼ਾਹ ਜੀ ਨੇ ਇਹਦੇ ਤੇ ਸਾਨੂੰ ਬੰਦਸ਼ ਲਾਈ ਹੈ ਕਿ ਇਹ ਮਣਾ, ਕਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਕਿੱਥੇ ਪੰਜਾਂ ਪਿਆਰਿਆਂ ਵੱਲੋਂ ਦਿੱਤਾ ਗਿਆ ਖੰਡੇ ਦਾ ਅੰਮ੍ਰਿਤ, ਤੇ ਕਿੱਥੇ ਝੂਠੇ ਡੰਬਰਾਂ ਤੇ ਪਖੰਡੀਆਂ ਦੇ ਮਗਰ ਲੱਗ ਕੇ ਤੂੰ ਜਨਮ ਖਰਾਬ ਕਰ ਲੇਗਾ। ਨਹੀਂ, ਤੂੰ ਆਪਣੇ ਆਪ ਅੰਦਰ ਝਾਤੀ ਮਾਰ ਕੇ ਦੇਖ। ਜਿਨ੍ਹਾਂ ਅੰਦਰ ਉਮਰ ਥਾਲ, ਜਿਨ੍ਹਾਂ ਦੇ ਅੰਦਰ ਉਮਾਹ ਪੈਦਾ ਹੁੰਦਾ, ਉਹ ਵੀ ਕਿਤੇ ਡੰਬੀ ਬਣਦੇ ਆ। ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਭਾਈ ਤੂੰ ਇਸ ਡੰਬ ਤੋਂ ਬਚ, ਇਸ ਪਖੰਡ ਤੋਂ ਬਚ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਇਹ ਡੰਬ ਧਾਰਨ ਕੀਤੇ ਨਾ, ਉਹਨਾਂ ਨੂੰ ਪ੍ਰਭੂ ਦੇ ਪਿਆਰੇ, ਪਰਮੇਸ਼ਰ ਦੇ ਪਿਆਰੇ ਤਾਂ ਕੱਖ ਨਹੀਂ ਸਮਝਦੇ। ਉਹ ਤਾਂ ਉਹਨਾਂ ਨੂੰ ਸਮਝਦੇ ਨੇ ਕਿ ਇਹ ਡੰਬੀ ਹੈ। ਕਹਿੰਦੇ ਆਂਖ ਮੂੰਦ ਕਰ, ਜਿਹੜੇ ਅੱਖਾਂ ਨੂੰ ਮੂੰਦ ਕੇ ਕਹਿੰਦੇ ਭੇਖ ਦਿਖਾਵੇ, ਤੇ ਜਿਹੜੇ ਗੁਰੂ ਦੇ ਪਿਆਰੇ ਨੇ ਉਹ ਕਹਿੰਦੇ ਅੰਦਰ ਕੀ ਪਦਵੀ ਕੋ ਪਾਵੇ। ਕਹਿੰਦੇ ਇਹ ਤਾਂ ਅੰਨੇ ਦੀ ਪਦਵੀ ਪਾਲੇਗਾ ਨਾ। ਅੱਖਾਂ ਵਿੱਚ ਕੇ ਡਿੰਬ ਦਿਖਾਉਂਦਾ ਹੈ। ਕਾਹੇ ਕੋ ਡਿੰਬ ਕਰਾ ਮਨ ਮੂਰਖ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕਾਹਦੇ ਵਾਸਤੇ ਡੰਬ ਕਰਦਾ ਹੈ? ਡਿੰਬ ਕਰਾ ਆਪਣੀ ਪਤ ਖਵਾ ਹੈ। ਕਾਹੇ ਕੋ ਲੋਕ ਠੱਗੇ ਠੱਗ ਲੋਗਣ, ਲੋਕ ਗਇਓ ਪਰ ਲੋਕ ਗਵਾ ਹੈ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਦੀਨ ਦਿਆਲ ਕੀ ਠੌਰ ਜਹਾਂ। ਕਹਿੰਦੇ ਜਿੱਥੇ ਉਸ ਪਰਮਾਤਮਾ ਦੀ ਜਗ੍ਹਾ ਹੈ, ਸੱਚਖੰਡ ਹੈ, ਦੀਨ ਦਿਆਲ ਕੀ ਠੌਰ ਜਹਾਂ, ਤੇ ਇਹ ਠੌਰ ਵਿਖੇ ਤੂੰ ਇਹ ਠੌਰ ਨਾ ਪੈ ਹੈ। ਕਹਿੰਦੇ ਤੈਨੂੰ ਉੱਥੇ ਥਾਂ ਨਹੀਂ ਮਿਲਣੀ ਜੇ ਤੂੰ ਪਖੰਡਾਂ ਵਿੱਚ ਹੀ ਲੱਗਾ ਰਿਹਾ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਗੁਰੂ ਕਾ ਸਿੱਖ ਡੰਬਾਂ ਪਖੰਡਾਂ ਤੋਂ ਬਚੇ। ਇਹ ਇੱਕ ਨਹੀਂ ਡੰਬ ਕਿ ਇਕੱਲਾ ਭੇਖ ਹੀ ਹੈ ਤੇ ਸਵਾਂਗ ਹੀ ਰਚਨੇ ਆ। ਨਹੀਂ, ਅਸੀਂ ਹੋਰ ਵੀ ਪਖੰਡ ਕਰਦੇ ਹਾਂ। ਅੰਦਰ ਕੋਈ ਰਹਿਣੀ ਨਹੀਂ, ਕੋਈ ਨਿਤਨੇਮ ਨਹੀਂ, ਕੋਈ ਬਾਣੀ ਨਹੀਂ। ਕੋਈ ਗੁਰਸਿੱਖ ਮਿਲ ਜਾਣ, ਪੁੱਛ ਹੀ ਲੈਣ, ਹਾਂ ਭਾਈ ਕੀ ਹਾਲ ਹੈ, ਬਸ ਜੀ ਚੜ੍ਹਦੀ ਕਲਾ। ਸੁਪਨੇ ਦੇ ਵਿੱਚ ਵੀ ਬਾਣੀ ਉਹ ਪੜ੍ਹਦੇ ਆ, ਬੜਾ ਆਨੰਦ ਹੈ, ਝੂਠ ਬੋਲਦੇ ਆ। ਸਾਧ ਸੰਗਤ ਜੀ, ਅੰਦਰ ਦੀ ਰਹਿਤ ਨਹੀਂ, ਜਾਗਦਿਆਂ ਵੀ ਨਹੀਂ ਬਾਣੀ ਪੜ੍ਹਦੀ, ਸੁਪਨੇ 'ਚ ਤਾਂ ਕੀ ਪੜ੍ਹਨੀ ਆ। ਇਹ ਵੀ ਡੰਬ ਹੈ ਇੱਕ। ਨਹੀਂ, ਅਸੀਂ ਆਪਣੇ ਆਪ ਨੂੰ ਚੰਗਾ ਵਿਖਾਉਣ ਦੀ ਖਾਤਰ ਬੜਾ ਕੁਝ ਡੰਬਰ ਕਰਦੇ ਆ। ਮਹਾਰਾਜ ਕਹਿੰਦੇ ਇਸ ਡੰਬ ਤੋਂ ਬਚ। ਜੇ ਭਾਈ ਤੇਰੇ ਮਨ ਵਿੱਚ ਉਮਾਹ ਹੈ, ਤੇਰੇ ਮਨ ਵਿੱਚ ਚਾਹ ਹੈ, ਤਾਂ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਸੰਦੇਸ਼ ਦਿੱਤਾ ਹੈ, ਹੁਕਮ ਕੀਤਾ ਹੈ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਰ ਕਮਾਉਣ ਵਾਸਤੇ ਦੱਸਦੇ ਨੇ, ਉਹ ਰਸਤੇ ਤੇ ਆ। ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ, ਡੰਬੀਆਂ ਪਖੰਡੀਆਂ ਦਾ ਖਹਿੜਾ ਛੱਡ ਦੇ, ਦਸਾਂ ਨੌਆਂ ਦੀ ਕਿਰਤ ਕਰ, ਤੇ ਫਿਰ ਆਪਣਾ ਜੀਵਨ ਸੁਧਾਰ। ਜੀਵਨ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣਾ, ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣਾ। ਤੈਨੂੰ ਸਰਦਾਰ ਬਣਾਇਆ ਹੈ, ਤੇਰਾ ਦੁਨੀਆ ਦੇ ਵਿੱਚ ਮਾਣ ਸਤਿਕਾਰ ਇਹੋ ਜਿਹਾ ਚਾਹੀਦਾ ਹੈ ਕਿ ਆਹ ਕਲਗੀਧਰ ਪਾਤਸ਼ਾਹ ਦਾ ਸਿੱਖ ਹੈ, ਆਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿੰਘ ਹੈ। ਸਾਧ ਸੰਗਤ ਜੀ, ਸਾਨੂੰ ਤੇ ਮਹਾਰਾਜ ਨੇ ਇੰਨੀ ਵਧੀਆ ਮਰਜ਼ਾਦਾ ਦੇ ਵਿੱਚ ਬੰਨਿਆ ਹੋਇਆ ਹੈ। ਸਾਡੇ ਉੱਪਰ 5 ਤਖਤਾਂ ਦੀ ਛਤਰ ਛਾਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸ਼੍ਰੋਮਣੀ ਹੈ। ਸਾਧ ਸੰਗਤ ਜੀ, ਸ੍ਰੀ ਅਕਾਲ ਤਖਤ ਸਾਹਿਬ ਦੀ ਭੈ ਭਾਵਨੀ ਥੱਲੇ ਗੁਰਸਿੱਖ ਦਾ ਮਨ ਰੋਜ਼ ਹੀ ਜਦੋਂ ਅਸੀਂ ਅਰਦਾਸ ਕਰਦੇ ਆ ਨਾ, ਤੇ ਉਦੋਂ ਅਸੀਂ 5 ਤਖਤਾਂ ਦੀ, ਗੁਰੂ ਕੇ ਧਾਮਾਂ ਦੀ, ਗੁਰੂ ਕੀ ਰਹਿਤ ਮਰਜ਼ਾਦਾ ਦੀ, ਗੁਰੂ ਦੀ ਕਿਰਪਾ ਦੀ ਹਮੇਸ਼ਾ ਹੀ ਮੰਗ ਕਰਦੇ ਆ ਕਿ ਮਹਾਰਾਜ ਸਾਨੂੰ ਇਹ ਛਤਰ ਛਾਇਆ ਦੇ ਥੱਲੇ ਰੱਖੀ। ਇਹ ਗੁਰਸਿੱਖ ਦੀ ਰੋਜ਼ ਦੀ ਰਹਿਣੀ ਹੈ। ਤੇ ਜਦੋਂ ਸੰਗਤ ਵਿੱਚ ਆਉਣਾ ਹੈ, ਸੰਗਤ ਵਿੱਚ ਆ ਕੇ ਗੁਰੂ ਕੇ ਪਿਆਰੇ ਇੱਕ ਦੂ ਇੱਕ ਝੜੰਦੀਆਂ, ਕੌਣ ਜਾਣਾ ਮੇਰਾ ਨਾਮ ਜੀਓ, ਬੇਅੰਤ ਗੁਰੂ ਕੇ ਪਿਆਰੇ ਮਿਲ ਜਾਂਦੇ ਨੇ।
ਸੋ ਇਸ ਵਾਸਤੇ ਭਾਈ ਗੁਰੂ ਕੀ ਸੰਗਤ ਵੀ ਜ਼ਰੂਰੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਸਿੱਖ ਜਿਨ੍ਹਾਂ ਨੂੰ ਮਹਾਰਾਜ ਜਿਹੜੇ ਤੇਰੀ ਕਾਰ ਕਮਾਉਂਦੇ, ਤੇਰੇ ਕਹੇ ਦੇ ਮੁਤਾਬਕ ਜੀਵਨ ਬਸਰ ਕਰਦੇ ਨੇ, ਅਸੀਂ ਉਹਨਾਂ ਤੋਂ ਕੁਰਬਾਨ ਜਾਣੇ, ਸਾਨੂੰ ਉਹਨਾਂ ਦਾ ਸੰਗ ਬਖਸ਼ ਦਿਓ, ਐਸੀ ਸਾਡੇ ਤੇ ਕਿਰਪਾ ਕਰੋ ਜੀ। ਹਾਉ ਗੁਲਮ ਤਿਨਾ ਕਾ ਗੋਲੀਆ। ਫਿਰ ਭਾਈ ਕੀ ਕਰੇਗਾ ਜੇ ਤੈਨੂੰ ਉਹਨਾਂ ਗੁਰੂ ਪਿਆਰਿਆਂ ਦਾ ਸੰਗ ਵੀ ਮਿਲ ਜਾਵੇ? ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਕਰੋ ਕਿਰਪਾ, ਫਿਰ ਮੈਂ ਉਹਨਾਂ ਦਾ ਗੁਲਾਮ ਬਣ ਜਾਵਾਂ, ਗੁਲਾਮ ਬਣ ਜਾਵਾਂ। ਗੁਲਾਮ ਬਣ ਕੇ ਕੀ ਕਰੂੰਗਾ? ਉਹਨਾਂ ਦਾ ਗੋਲਾ ਸੇਵਕ ਬਣ ਜਾਓ। ਜਿਹੜਾ ਸੇਵਕ ਹੁੰਦਾ ਨਾ ਉਹਦੀ ਕੋਈ ਉਜਤ ਨਹੀਂ ਹੁੰਦੀ, ਉਹਨੂੰ ਕਹੋ ਧੁੱਪੇ ਖੜ ਤੇ ਧੁੱਪੇ ਹੀ ਖੜਨਾ ਹੁੰਦਾ ਹੈ, ਫਿਰ ਕੋਈ ਉਜਤ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਮੈਂ ਉਹਨਾਂ ਦਾ ਗੁਲਾਮ ਬਣ ਕੇ, ਗੁਰੂ ਘਰ ਦਾ ਗੁਲਾਮ ਬਣ ਕੇ ਚਾਕਰੀ ਕਰਾਂਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਮੈਂ ਦੜੀਆਂ ਝਾੜਾਂਗਾ, ਤੱਪੜ ਝਾੜਾਂਗਾ, ਫਿਰ ਝੂਠੇ ਭਾਂਡੇ ਮਾਂਜਾਂਗਾ, ਤੇਰੀਆਂ ਸੰਗਤਾਂ ਦੀ ਸੇਵਾ ਕਰਾਂਗਾ, ਜੋੜੇ ਸਾਫ਼ ਕਰਾਂਗਾ। ਮਹਾਰਾਜ ਜਿੱਥੋਂ ਦੀਆਂ ਤੇਰੀਆਂ ਸੰਗਤਾਂ ਨੇ ਲੰਘਣਾ ਹੋਵੇ ਮੈਂ ਜਲ ਛਿੜਕਾਂਗਾ, ਝਾੜੂ ਫੇਰਾਂਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਹੋ ਗੁਲਮਤਨਾਂ ਦਾ ਗੋਲੀਆ, ਮਹਾਰਾਜ ਗੁਲਾਮ ਬਣ ਕੇ ਉਹਨਾਂ ਦੀ ਚਾਕਰੀ ਕਰਾਂਗਾ। ਉਹ ਰੰਗ ਚੜ ਗਿਆ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਰੰਗ ਚੜ ਗਿਆ। ਐਸਾ ਰੰਗ ਚੜਦਾ ਸਾਧ ਸੰਗਤ, ਮਹਾਂਪੁਰਖਾਂ ਦੇ ਬੜਿਆਂ ਦੇ ਦਰਸ਼ਨ ਕੀਤੇ ਨੇ, ਜਿਨ੍ਹਾਂ ਦੇ ਅੰਦਰ ਰੰਗ ਚੜਿਆ ਨਾ, ਅੰਦਰ ਪ੍ਰਮਾਤਮਾ ਦਾ ਹਿਰਦੇ ਵਿੱਚ ਰੰਗ ਚੜਿਆ ਤੇ ਉਹਨਾਂ ਦਾ ਮੱਥੇ ਹੀ ਪ੍ਰਗਟ ਥਿਆ, ਫਿਰ ਉਹਨਾਂ ਦੇ ਮਸਤਕ ਤੋਂ ਹੀ ਪ੍ਰਗਟ ਹੋ ਕੇ ਉਹ ਰੰਗ ਦਿਸਦਾ ਹੈ, ਉਹਨਾਂ ਦੇ ਚਿਹਰੇ ਦਗਦਗ ਕਰਦਾ ਦੱਸਦਾ ਹੈ। ਕੋਈ ਉਮਰ ਦਾ ਲਿਹਾਜ਼ ਨਹੀਂ, ਸਰੀਰ ਬਿਰਧ ਹੋ ਜਾਂਦੇ ਨੇ ਪਰ ਦਗਦਗ ਕਰਦੇ ਸਰੀਰ ਦੱਸਦੇ ਨੇ ਕਿ ਇਹਨਾਂ ਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਰੰਗ ਚੜਿਆ ਹੋਇਆ। ਪਰ ਸਾਧ ਸੰਗਤ ਜਦੋਂ ਕਿਤੇ ਪਰਖਾਂ ਪੈਂਦੀਆਂ ਨੇ ਇਹ ਰੰਗ ਫਿਰ ਚਰਖੜੀਆਂ ਤੇ ਚੜ ਕੇ ਵੀ ਫਿੱਕੇ ਨਹੀਂ ਪੈਂਦੇ, ਦੇਗਾਂ ਵਿੱਚ ਉਬਲ ਕੇ ਵੀ ਇਹ ਰੰਗ ਫਿੱਕੇ ਨਹੀਂ ਪੈਂਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਆਪ ਜੀ ਦੇ ਐਸਾ ਪਰਮਾਤਮਾ ਦੇ ਨਾਮ ਦਾ ਰੰਗ ਚੜ ਗਿਆ। ਤਿੰਨ ਭਿੰਨੀ ਹਰ ਰੰਗ ਚੋਲੀਆ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਤੇ ਆਪ ਜੀ ਨੇ ਕਿਰਪਾ ਕਰ ਦਿੱਤੀ, ਉਹਨਾਂ ਦੀ ਦੇਹ ਰੂਪ ਚੋਲੀ ਚੰਗੀ ਤਰ੍ਹਾਂ ਇਸ ਨਾਮ ਵਿੱਚ ਰੰਗੀ ਗਈ, ਭਿੱਜ ਗਈ ਹੈ। ਤੇ ਇਹ ਦੇਹ ਰੂਪ ਚੋਲੀ ਭਿੱਜਣ ਕਰਕੇ, ਦੇਹ ਦੇ ਨਾਲ ਕੀਤਾ ਅਭਿਆਸ ਕਰਕੇ ਉਹਨਾਂ ਨੂੰ ਆਤਮਿਕ ਰੰਗ ਵੀ ਚੜ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਹੋ ਗਈ। ਕਰ ਕਿਰਪਾ ਨਾਨਕ ਮੇਲ। ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਵੀ ਅਜਿਹੇ ਗੁਰਸਿੱਖਾਂ ਦਾ, ਗੁਰਮੁਖਾਂ ਦਾ ਮੇਲ ਬਖਸ਼ ਦਿਓ। ਗੁਰ ਪਹਿ ਸਿਰ ਵੇਚਿਆ ਮੋਲੀਆ। ਤਾਂ ਕਿ ਅਸੀਂ ਵੀ ਗੁਰੂ ਦੇ ਦਰ ਤੇ ਆ ਕੇ ਇਸ ਸਿਰ ਨੂੰ ਮੁੱਲ ਵੇਚ ਦਈਏ। ਜਿਹੜੀ ਚੀਜ਼ ਮੁੱਲ ਵੇਚਦੀ ਹੈ ਨਾ ਸਾਧ ਸੰਗਤ, ਉਹਦੇ ਤੇ ਦਾਵਾ ਨਹੀਂ ਹੁੰਦਾ। ਮੁੱਲ ਜੋ ਵੇਚ ਦਿੱਤੀ, ਜਦੋਂ ਪੰਜ ਪਿਆਰਿਆਂ ਦੇ ਅਸੀਂ ਪੇਸ਼ ਹੁੰਨੇ ਆ ਨਾ, ਤੇ ਪੰਜ ਪਿਆਰੇ ਇਹ ਬਚਨ ਕਰਦੇ ਨੇ ਕਿ ਖਾਲਸਾ ਜੀ ਇਹ ਸਿਰ ਅੱਜ ਤੋਂ ਕਲਗੀਧਰ ਮਹਾਰਾਜ ਦਾ ਹੈ, ਜਦੋਂ ਕਦੇ ਪੰਥ ਨੂੰ ਲੋੜ ਪਵੇ ਤਾਂ ਇਹ ਸਿਰ ਅਰਪਣ ਕਰਨ ਵਾਸਤੇ ਤਿਆਰ ਬਰ ਤਿਆਰ ਰਹਿਣਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਖਸ਼ਿਸ਼ ਵੀ ਆਪ ਹੀ ਕਰ ਦਿਓ, ਇਹ ਆਪ ਹੀ ਰਹਿਮਤ ਕਰ ਦਿਓ ਕਿ ਅਸੀਂ ਮਨੋਂ ਹੀ ਇਸ ਸਰੀਰ ਨੂੰ, ਇਸ ਸਿਰ ਨੂੰ ਗੁਰੂ ਦੇ ਦਰ ਤੇ ਆ ਕੇ ਭੇਟਾ ਚੜਾ ਦਈਏ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਜੀ ਕਿਰਪਾ ਕਰਦੇ ਹਨ। ਔਗਣੀ ਭਰਿਆ ਸਰੀਰ ਹੈ। ਹੁਣ ਮਨਮੁਖ ਤੇ ਗੁਰਮੁਖ ਦੀ ਲੜਾਈ ਹੈ ਨਾ। ਸਤਿਗੁਰੂ ਪਾਤਸ਼ਾਹ ਦੇ ਸਨਮੁਖ ਬੇਨਤੀ ਕੀਤੀ, ਮਹਾਰਾਜ ਇਸ ਸਰੀਰ ਦੇ ਵਿੱਚ ਬੜੇ ਔਗਣ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਮਹਾਰਾਜ ਇਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਬਖੀਲੀ, ਸਾੜਾ, ਪਤਾ ਨਹੀਂ ਕਿੰਨਾ ਕੁਛ ਹੈ ਇਹਦੇ ਵਿੱਚ, ਇਹ ਔਗਣਾਂ ਦਾ ਭਰਿਆ ਹੋਇਆ ਹੈ। ਇਸ ਵਾਸਤੇ ਸਤਿਗੁਰੂ ਜੀ ਇਹ ਸਰੀਰ ਔਗਣਾਂ ਦਾ ਭਰਿਆ ਹੋਇਆ ਹੈ। ਕਿਉ ਸੰਤ ਹੋ ਨਿਰਮਲ ਹੋਏ। ਗੁਰੂ ਦੇ ਪਿਆਰੇ ਸੰਤ ਮਹਾਤਮਾ ਦੇ ਪਾਸ ਬੇਨਤੀ ਕੀਤੀ ਕਿ हे ਮਹਾਂਪੁਰਖੋ, ਆਪ ਜੀ ਕਹਿੰਦੇ ਹੋ ਕਿ ਸਰੀਰ ਨੂੰ ਸੁੱਧ ਕਰੋ, ਸਰੀਰ ਨੂੰ ਸਾਧੋ, ਸਰੀਰ ਦੀ ਸਾਧਨਾ ਕਰੋ, ਸਰੀਰ ਦੇ ਵਿੱਚ ਸ਼ੁਭ ਗੁਣ ਪ੍ਰਾਪਤ ਕਰੋ, ਪਰ ਇਹ ਜਿਹੜੇ ਇਹਦੇ ਵਿੱਚ ਔਗਣ ਨੇ, ਇਹਦੇ ਵਿੱਚ ਬੇਅੰਤੀ ਔਗਣਾਂ ਦਾ ਭਰਿਆ ਹੋਇਆ ਹੈ, ਇਹ ਸੁੱਧ ਕਿਵੇਂ ਹੋਵੇ? ਕਿਰਪਾ ਕਰਕੇ ਕੋਈ ਤਰੀਕਾ, ਕੋਈ ਜਾਂਚ ਦੱਸੋ ਜੀ ਇਸ ਦੀ। ਗੁਰਮੁਖ ਗੁਣ ਵਿਹਾਜੀ ਹੈ। ਹੁਣ ਤਰੀਕਾ ਦੱਸਦੇ ਨੇ ਕਿ ਭਾਈ ਕਿਉਂਕਿ ਗੁਰਮੁਖ ਵਾਲੇ
ਗੱਲ ਮਨਮੁਖ ਦੀ ਵੀ ਕਰਨਗੇ ਮਹਾਰਾਜ। ਸਾਰੇ ਸ਼ਬਦਾਂ ਦੇ ਵਿੱਚ ਗੁਰਮੁਖ ਤੇ ਮਨਮੁਖ ਦੀ ਲਗਾਤਾਰ ਮਹਾਰਾਜ ਗੱਲ ਤੋਰੀ ਆਉਂਦੇ ਨੇ। ਕਹਿੰਦੇ ਭਾਈ ਗੁਰਮੁਖਾਂ ਵਾਲੇ ਗੁਣਾਂ ਨੂੰ ਵਿਹਾਜਿਆ ਇਕੱਠਿਆ ਕਰੋ, ਸੰਗ੍ਰਹਿ ਕਰੋ, ਇਕੱਤਰ ਕਰੋ। ਸ਼ੁਭ ਗੁਣ ਜਿਹੜੇ ਨੇ ਉਹ ਗੁਰਮੁਖਾਂ ਵਿੱਚ ਹੁੰਦੇ ਨੇ। ਸਤ, ਸੰਤੋਖ, ਦਇਆ, ਧੀਰਜ, ਖਿਮਾ, ਵਿਚਾਰ, ਕਹਿੰਦੇ ਇਹ ਸ਼ੁਭ ਗੁਣ ਨੇ। ਇਹਨਾਂ ਸ਼ੁਭ ਗੁਣਾਂ ਨੂੰ ਇਕੱਤਰ ਕਰਨਾ ਕਰੋ। ਇੱਕ ਇੱਕ ਗੁਣ ਵੀ ਜੇ ਅਸੀਂ ਮਹੀਨੇ 'ਚ ਵੀ ਇੱਕ ਗੁਣ ਗ੍ਰਹਿਣ ਕਰਾਂਗੇ ਤਾਂ ਵੀ ਜ਼ਿੰਦਗੀ 'ਚ ਬਹੁਤ ਗੁਣ ਇਕੱਠੇ ਹੋ ਜਾਣਗੇ। ਉਦਮਤਾ ਕਰਾਂਗੇ ਨਾ। ਤੇ ਜੇ ਅਸੀਂ ਢੇਰੀ ਹੀ ਢਾ ਦਿੱਤੀ ਵੀ ਨਹੀਂ ਇਹ ਤਾਂ ਮੁਸ਼ਕਿਲ ਆ, ਹੋ ਹੀ ਨਹੀਂ ਸਕਦਾ, ਮਹਾਰਾਜ ਕਹਿੰਦੇ ਇਹਨਾਂ ਗੁਣਾਂ ਨੂੰ ਇਕੱਤਰ ਕਰਨ ਵਾਸਤੇ ਤੈਨੂੰ ਉਦਮ ਕਰਨਾ ਚਾਹੀਦਾ। ਧੰਨ ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਾਬਾਸ਼ ਦਿੱਤੀ। ਉਦਮ ਕਰੇਂਦੇ ਆ ਜੀਓ ਤੂੰ, ਕਮਾਵੰਦਿਆ ਸੁਖ ਪੁੰਚ, ਧਿਆਇਂਦਿਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਤੇਰੀ ਚਿੰਤਾ ਹੀ ਉਤਰ ਜਾਵੇਗੀ। ਤੂੰ ਉਦਮ ਕਰਨ ਵਾਲਿਆ ਸ਼ਾਬਾਸ਼ ਤੇਰੇ। ਗੁਰਮੁਖਤਾਈ ਵਾਲੇ ਗੁਣਾਂ ਨੂੰ ਇਕੱਤਰ ਕਰਨਾ ਕਰੋ। ਮਲ ਹਉ ਮੈਂ ਕੱਢੈ ਧੋਇ। ਫਿਰ ਜਦੋਂ ਗੁਰਮੁਖਤਾਈ ਵਾਲੇ ਗੁਣ ਕਿਵੇਂ ਪ੍ਰਾਪਤ ਹੋਣਗੇ? ਜਦੋਂ ਗੁਰਮੁਖਾਂ ਦੀ ਸੰਗਤ ਕਰਾਂਗੇ। ਤੇ ਜਦੋਂ ਗੁਰਮੁਖਾਂ ਦੀ ਸੰਗਤ ਕਰਾਂਗੇ ਫਿਰ ਪੱਲੇ ਕੱਲੇ ਕੱਲੇ ਔਗਣ ਦਾ ਵਿਚਾਰ ਹੋਵੇਗਾ ਕਿ ਆ ਵੀ ਮਾੜਾ ਹੈ, ਆ ਸਾੜਾ ਵੀ ਮਾੜਾ ਹੈ, ਈਰਖਾ ਵੀ ਮਾੜੀ ਹੈ, ਬਖੀਲੀ ਵੀ ਮਾੜੀ ਹੈ। ਜਿਵੇਂ ਜਿਵੇਂ ਉਹਦੀ ਵਿਚਾਰ ਹੋਵੇਗੀ ਤੇ ਫਿਰ ਮਨ ਉਹਦੇ ਵਿੱਚੋਂ ਵਿਚਾਰ ਕਰਕੇ ਉਹਨਾਂ ਨੂੰ ਕੱਢ ਦੇਵੇਗਾ ਕਿ ਮਣਾ ਤੂੰ ਤੇ ਐਵੇਂ ਹੀ ਹੰਕਾਰ ਦੇ ਟਿੱਲੇ ਤੇ ਚੜਿਆ ਹੋਇਆ, ਤੇਰੇ ਅੰਦਰ ਤੇ ਗੁਣ ਹੀ ਕੋਈ ਹੈ ਨਹੀਂਗਾ। ਆਹ ਦੇਖੋ ਗੁਰਮੁਖਾਂ ਦੀ ਸੰਗਤ ਵਿੱਚ ਬੈਠੇ ਆ, ਇਹ ਗੁਰੂ ਕੇ ਪਿਆਰੇ ਕਿੰਨੇ ਕੋਈ ਅੰਮ੍ਰਿਤ ਵੇਲੇ ਉੱਠਦੇ ਨੇ, ਕੋਈ ਆਸਾ ਜੀ ਦੀ ਵਾਰ ਇਕੱਲੇ ਹੀ ਪੜ੍ਹਦੇ ਨੇ, ਕੋਈ ਸਾਧ ਸੰਗਤ ਜੀ ਬੇਅੰਤ ਸਿਮਰਨ ਕਰਦੇ ਨੇ, ਸਾਰਾ ਦਿਨ ਜਪਜੀ ਸਾਹਿਬ ਦੇ ਪਾਠ ਕਰਦੇ ਰਹਿੰਦੇ ਨੇ, ਸੇਵਾ ਵਿੱਚ ਲੱਗੇ ਰਹਿੰਦੇ ਨੇ। ਕਹਿੰਦੇ ਭਾਈ ਫਿਰ ਉਹਨਾਂ ਦਾ ਇਹੋ ਜਿਹਾ ਪਰਉਪਕਾਰੀ ਜੀਵਨ ਹੈ। ਕਿਸੇ ਗੁਰਸਿੱਖ ਨੂੰ ਵੇਖਿਆ ਕਿ ਇਹ ਗਰੀਬ ਹੈ ਤੇ ਮੇਰੇ ਵਿੱਚ ਸਮਰੱਥਾ ਹੈ, ਮੈਂ ਇਸ ਦੀ ਮਦਦ ਕਰ ਸਕਦਾ, ਫਿਰ ਉਹ ਢਿੱਲ ਨਹੀਂ ਕਰਦੇ। ਉਹ ਗੁਰਸਿੱਖ ਨੂੰ ਉਭਾਰਨ ਦਾ ਯਤਨ ਕਰਦੇ ਨੇ। ਕਿਸੇ ਗੁਰਸਿੱਖ ਬੀਬੀ ਦਾ ਵਿਆਹ ਹੋਣ ਵਾਲਾ ਉਹਦੇ 'ਚ ਮਦਦ ਕਰ ਦਿੰਦੇ ਨੇ। ਜਦੋਂ ਇਹੋ ਜਿਹੇ ਗੁਣ ਦੇਖਦੇ ਆ ਗੁਰਸਿੱਖਾਂ ਵਿੱਚ ਤੇ ਫਿਰ ਮਨ ਵਿੱਚੋਂ ਜਿਹੜੀ ਆਲਸ ਹੈ, ਈਰਖਾ ਹੈ, ਲਾਲਸਾ ਹੈ, ਉਹ ਜਿਹੜੇ ਔਗਣ ਨੇ ਆਪਣੇ ਆਪ ਖਤਮ ਹੁੰਦੇ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਭਾਈ ਫਿਰ ਇਹ ਔਗਣਾਂ ਨੂੰ ਧੋ ਦਿੰਦਾ ਗੁਰੂ ਕਾ ਪਿਆਰਾ ਜਦੋਂ ਗੁਰਮੁਖਤਾਈ ਦੇ ਗੁਣ ਗ੍ਰਹਿਣ ਕਰਨ ਲੱਗਦਾ ਹੈ। ਸੱਚ ਵਣੰਜਹਿ ਰੰਗ ਸਿਓ। ਕਹਿੰਦੇ ਫਿਰ ਰੰਗ ਨਾਮ ਹੈ ਪ੍ਰੇਮ ਦਾ। ਕਹਿੰਦੇ ਪ੍ਰੇਮ ਦੇ ਨਾਲ ਫਿਰ ਸੱਚੇ ਨਾਮ ਦਾ ਵਣਜ ਕਰਦਾ। ਜਦੋਂ ਸੱਚੇ ਨਾਮ ਦੇ ਵਣਜ ਵਿੱਚ ਲੱਗ ਗਿਆ, ਵਾਹਿਗੁਰੂ 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 ਦੇ ਸਿਮਰਨ ਵਿੱਚ ਲੱਗ ਗਿਆ ਤੇ ਇਸ ਵਣਜ ਦੇ ਵਿੱਚ ਰੰਗ ਤਾਂ ਫਿਰ ਚੜ੍ਹਦਿਆਂ ਫਿਰ ਇੱਕ ਸੁੰਭੀ ਰੰਗ ਨੂੰ ਧੋ ਕੇ ਪਾਸੇ ਰੱਖ ਦੇਵੇਗਾ ਨਾ, ਜਿਹਦੇ ਵਿੱਚ ਔਗਣ ਸਾਰੇ ਗੁਣਾ ਕਾ ਹੋਆ ਵਾਸਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਇਹਨਾਂ ਗੁਣਾਂ ਦਾ ਹੀ ਵਾਸਾ ਹੋ ਜਾਵੇਗਾ ਤੇ ਫਿਰ ਗੁਰੂ ਕੇ ਸਿੱਖਾਂ ਨੂੰ ਹੁਕਮ ਕੀ ਸਾਂਝ ਕਰੀਜੈ ਗੁਣਾ ਕੇਰੀ, ਛੋੜ ਔਗਣ ਚੱਲੀਐ। ਫਿਰ ਉਹ ਸਾਂਝ ਹੀ ਗੁਣਾਂ ਦੀ ਰਹਿ ਜਾਂਦੀ ਹੈ, ਔਗਣਾਂ ਨੂੰ ਛੱਡਦਾ ਜਾਂਦਾ ਹੈ। ਇਸ ਵਾਸਤੇ ਜਿਹੜੇ ਗੁਰੂ ਕੇ ਪਿਆਰੇ ਹੈ ਭਾਈ ਉਹ ਹੌਲੀ 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 ਇਹਨਾਂ ਔਗਣਾਂ ਨੂੰ ਮਨ ਵਿੱਚੋਂ ਕੱਢ ਦਿੰਦੇ ਹਨ। ਸੱਚ ਸੌਦਾ ਹੋਏ। ਜਦੋਂ ਸੱਚੇ ਰੰਗ ਦੇ ਵਿੱਚ ਪ੍ਰੇਮ ਦੇ ਵਿੱਚ ਭਿੱਜ ਗਿਆ ਫਿਰ ਉਹਦੇ ਕੋਲੇ ਸੌਦਾ ਹੀ ਸੱਚ ਦਾ ਰਹਿ ਜਾਵੇਗਾ। ਝੂਠ ਦਾ ਸੌਦਾ ਉਹਦੀ ਦੁਕਾਨ ਤੇ ਨਹੀਂ ਹੋਵੇਗਾ, ਉਹਦੇ ਹਿਰਦੇ ਰੂਪ ਹੱਟ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਹੀ ਸੌਦਾ ਹੋਵੇਗਾ। ਉੱਥੇ ਜਿਹੜੇ ਵੀ ਗੁਰਮੁਖ ਪਿਆਰੇ ਆਉਣਗੇ, ਕਿਉਂਕਿ ਮਹਾਂਪੁਰਖਾਂ ਦਾ ਸੰਗ ਕੀਤਾ, ਭਾਈ ਸੰਗਤ ਆ ਗਈ ਤੇ ਸਭ ਨੂੰ ਪੁੱਛਣਾ ਕਿਉਂ ਭਾਈ ਅੰਮ੍ਰਿਤ ਵੇਲੇ ਉੱਠਦੇ ਹੁੰਦੇ ਆ, 5 ਬਾਣੀਆਂ ਪੜ੍ਹਦੇ ਆ, ਸਾਰਿਆਂ ਨੇ ਅੰਮ੍ਰਿਤ ਛਕਿਆ ਹੋਇਆ ਹੈ, ਕਿਉਂਕਿ ਸੌਦਾ ਹੀ ਸੱਚੇ ਨਾਮ ਦਾ ਹੈ, ਝੂਠ ਦਾ ਸੌਦਾ ਹੀ ਹੈ ਨਹੀਂ। ਇਸ ਵਾਸਤੇ ਉਹਨਾਂ ਗੁਰਮੁਖ ਪਿਆਰਿਆਂ ਦੇ ਕੋਲ ਸੱਚੇ ਨਾਮ ਦਾ ਹੀ ਸੌਦਾ ਹੈ। ਟੋਟਾ ਮੂਲ ਨਾ ਆਵਈ। ਸੱਚੇ ਨਾਮ ਦਾ ਸੌਦਾ ਹੋਣ ਕਰਕੇ ਕਦੇ ਤੋਟ ਆਉਣੀ ਹੋਈ ਨਹੀਂ, ਕਿਉਂਕਿ ਵਾਹਿਗੁਰੂ ਨਾਮ ਦੀ ਕਦੇ ਤੋਟ ਆ ਸਕਦੀ ਹੈ। ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਲ ਪ੍ਰੇਮ ਪੈ ਗਿਆ, ਸੱਚੇ ਪ੍ਰੇਮ ਦੇ ਵਿੱਚ ਰੰਗੇ ਗਏ, ਪ੍ਰਭੂ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਗਏ, ਉਹਨਾਂ ਨੂੰ ਤੋਟਾ ਕਿਸ ਗੱਲ ਦੀ ਹੈ ਭਾਈ? ਉਹਨਾਂ ਨੂੰ ਜਿੱਥੇ ਸੱਚੇ ਨਾਮ ਦੀ ਤੋਟਾ ਨਹੀਂ,
ਉਥੇ ਦੁਨੀਆ ਦੇ ਪਦਾਰਥਾਂ ਦੀ ਵੀ ਕੋਈ ਤੋਟ ਨਹੀਂ ਰਹਿ ਜਾਵੇਗੀ। ਲਾਹਾ ਹਰ ਭਾਵੈ ਸੋਏ। ਕਿਉਂਕਿ ਫਿਰ ਲਾਹਾ ਕੀ ਹੈ? ਜਿਹੜਾ ਹਰੀ ਪ੍ਰਮਾਤਮਾ ਨੂੰ ਭਾ ਜਾਵੇ, ਉਹੀ ਲਾਹਾ ਹੈ ਨਾ। ਜਿਹੜਾ ਕਰਮ ਕਰਦਿਆਂ ਕਰਦਿਆਂ ਪ੍ਰਮਾਤਮਾ ਨੂੰ ਭਾ ਜਾਵੇ, ਅਸੀਂ ਪ੍ਰਮਾਤਮਾ ਦੀ ਦਰ ਤੇ ਪ੍ਰਵਾਨ ਹੋ ਜਾਈਏ, ਕਹਿੰਦੇ ਉਹ ਅਸਲ ਵਿੱਚ ਲਾਹਾ ਹੈ ਜ਼ਿੰਦਗੀ ਦਾ। ਨਾਨਕ ਤਿਨ ਸੱਚ ਵਣੰਜਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅਸਲ ਵਿੱਚ ਉਹਨਾਂ ਗੁਰੂ ਪਿਆਰਿਆਂ ਨੇ, ਗੁਰਮੁਖ ਪਿਆਰਿਆਂ ਨੇ ਸੱਚੇ ਨਾਮ ਦਾ ਵਪਾਰ ਕੀਤਾ ਹੈ, ਸੱਚੇ ਨਾਮ ਨੂੰ ਇਕੱਤਰ ਕੀਤਾ ਹੈ। ਜਿਨ੍ਹਾਂ ਧੁਰ ਲਿਖਿਆ ਪ੍ਰਾਪਤ ਹੋਏ। ਜਿਨ੍ਹਾਂ ਨੂੰ ਧੁਰ ਤੋਂ ਲਿਖਿਆ ਹੋਇਆ ਇਹ ਮਨੁੱਖਾ ਜਨਮ ਦੀ ਪ੍ਰਾਪਤੀ ਦਾ ਲਾਭ ਲਿਖਿਆ ਸੀ ਨਾ, ਕਹਿੰਦੇ ਜਿਨ੍ਹਾਂ ਨੇ ਇਸ ਮਨੁੱਖਾ ਜਨਮ ਨੂੰ ਸਮਝ ਲਿਆ ਕਿ ਅਸੀਂ ਇਹ ਲਾਭ ਲੈਣ ਵਾਸਤੇ ਆਏ ਹਾਂ, ਜਿਨ੍ਹਾਂ ਨੇ ਧੁਰੋਂ ਲਿਖੇ ਹੋਏ ਕਰਮ ਨੂੰ ਪੜ੍ਹ ਲਿਆ ਕਿ ਨਹੀਂ ਭਾਈ ਇਹ ਜਨਮ ਤੈਨੂੰ ਬੜੇ ਚਿਰ ਬਾਅਦ ਮਿਲਿਆ ਹੈ, ਵੇਖੀ ਕਿਤੇ ਇਹਨੂੰ ਤੂੰ ਐਵੇਂ ਨਾ ਗਵਾ ਲਈ। ਜਿਨ੍ਹਾਂ ਨੇ ਇਹ ਸਮਝ ਲਿਆ ਕਬੀਰ ਮਨ ਪੰਖੀ ਭਇਆ ਉਡ ਉਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਤੋ ਸੋ ਤੈਸੋ ਫਲ ਖਾਏ। ਜਿਨ੍ਹਾਂ ਨੇ ਇਹ ਪੜ੍ਹ ਲਿਆ, ਜਿਨ੍ਹਾਂ ਨੇ ਇਹ ਵਿਚਾਰ ਲਿਆ ਕਿ ਇਹ ਕਰਮ ਇਸ ਤਰ੍ਹਾਂ ਬਣਦੇ ਨੇ। ਸਾਧ ਸੰਗਤ ਜੀ, ਕਰਮ ਕਰਦਿਆਂ ਨਿਤ ਦੇ ਕਰਮ ਨੂੰ ਨਿਤ ਕਰਮ ਕਹਿੰਦੇ ਨੇ, ਜਿਸ ਲਈ ਕਰਮ ਕੀਤੇ ਜਾਂਦੇ ਨੇ ਉਹਨੂੰ ਨਿਮਿਤ ਕਰਮ ਕਹਿੰਦੇ ਨੇ। ਤੇ ਸਾਧ ਸੰਗਤ ਜਿਹੜੇ ਅਸੀਂ ਪ੍ਰਭੂ ਆਸਰੇ, ਪ੍ਰਭੂ ਪਰਮਾਤਮਾ ਦੀ ਭਉ ਭਗਤੀ ਦੇ ਕਰਮ ਕਰਦੇ ਨਾ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ੁਭ ਕਰਮ ਕਿਹਾ ਹੈ। ਜਿਹੜੇ ਜ਼ਿੰਦਗੀ ਪਰ ਕਰਦਿਆਂ ਕਰਦਿਆਂ ਕਰਮ ਇਕੱਠੇ ਹੋ ਜਾਣੇ, ਉਹਨਾਂ ਨੂੰ ਸੁਕਿਰਤ ਕਰਮ ਕਿਹਾ ਹੈ, ਕਿਉਂਕਿ ਉਹ ਇਕੱਤਰ ਹੋ ਜਾਂਦੇ ਨੇ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਇਹ ਸਮਝ ਲਿਆ ਕਿ ਧੁਰ ਤੋਂ ਲਿਖੇ ਹੋਏ ਲੇਖ ਮੁਤਾਬਕ ਸਾਨੂੰ ਮਨੁੱਖਾ ਜਨਮ ਮਿਲਿਆ ਹੈ। ਹੁਣ ਇੱਥੇ ਰੌਲਾ ਕਿਸ ਗੱਲ ਦਾ ਹੈ? ਕਹਿੰਦੇ ਜਦੋਂ ਕਰਮਾਂ 'ਚ ਹੋਵੇਗਾ ਉਦੋਂ ਨਾਮ ਜਪਾਂਗੇ। ਜਦੋਂ ਤੂੰ ਗਧਾ ਸੀ, ਜਦੋਂ ਤੂੰ ਕੀੜਾ ਸੀ, ਜਦੋਂ ਤੂੰ ਸੱਪ ਸੀ, ਠੂੰਆਂ ਸੀ, ਉਦੋਂ ਤਾਂ ਕਹਿ ਸਕਦਾ ਸੀ ਵੀ ਜਦੋਂ ਮੈਨੂੰ ਜ਼ੁਬਾਨ ਦਿੱਤੀ ਪ੍ਰਮਾਤਮਾ ਨੇ ਉਦੋਂ ਮੈਂ ਨਾਮ ਜਪੂੰਗਾ। ਜਦੋਂ ਸਿੱਖਾਂ ਦੇ ਘਰ ਦਾ ਜਨਮ ਦੇ ਦਿੱਤਾ ਮੈਂ ਖੰਡੇ ਦਾ ਅੰਮ੍ਰਿਤ ਜ਼ਰੂਰ ਛਕੂੰਗਾ। ਤੂੰ ਉਹ ਸੁਰਤੀ ਵਿੱਚ ਕਹਿ ਸਕਦਾ ਸੀ। ਤੇ ਹੁਣ ਤੇ ਤੈਨੂੰ ਸਿੱਖਾਂ ਦੇ ਘਰ ਦਾ ਜਨਮ ਮਿਲ ਗਿਆ, ਤੂੰ ਬੋਲ ਸਕਦਾ ਹੈ, ਬਾਣੀ ਪੜ੍ਹ ਸਕਦਾ ਹੈ, ਦਰਸ਼ਨ ਕਰ ਸਕਦਾ, ਸੇਵਾ ਕਰ ਸਕਦਾ। ਹਾਲੇ ਵੀ ਤੂੰ ਕਹਿੰਦਾ ਵੀ ਜਦੋਂ ਕਰਮ ਹੋਏ ਤਾਂ ਉਦੋਂ ਮੈਂ ਜਪੂੰਗਾ। ਕਦੋਂ ਹੋਣਗੇ ਭਾਈ ਕਰਮ? ਜਦੋਂ ਫੇਰ ਇਸੇ ਚੱਕਰ ਵਿੱਚ ਪੈ ਗਿਆ। ਨਹੀਂ, ਹੁਣ ਕਰਮ ਹੈ ਭਾਈ। ਇਹ ਮਨੁੱਖਾ ਜਨਮ ਬਹੁਤ ਵੱਡਾ ਕਰਮ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਰਮ ਕਿਰਪਾ ਕਰਕੇ ਬਖਸ਼ਿਆ ਹੈ। ਇਸ ਕਰਕੇ ਇਹ ਧੁਰੋਂ ਲਿਖਿਆ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ, ਸਮਝ ਲਿਆ, ਜਿਨ੍ਹਾਂ ਨੇ ਧਾਰਨ ਕਰ ਲਿਆ ਤੇ ਧਾਰਨ ਕਰਕੇ ਕਮਾਈ ਵਿੱਚ ਲਾ ਲਿਆ, ਕਹਿੰਦੇ ਉਹਨਾਂ ਨੂੰ ਇਸ ਜਨਮ ਦੀ ਪ੍ਰਾਪਤੀ ਹੋ ਜਾਂਦੀ ਹੈ। ਪੌੜੀ ਸਾਲਾਹੀ ਸੱਚ ਸਾਲਾਹਣਾ। ਹਜੂਰ ਫਰਮਾਉਂਦੇ ਹਨ ਕਿ ਭਾਈ ਸਿਫਤ ਸਲਾਹ ਕਿਸ ਦੀ ਕਰਨੀ ਹੈ? ਕਹਿੰਦੇ ਸਾਲਾਹ ਸੱਚ। ਕਹਿੰਦੇ ਪਹਿਲਾਂ ਤਾਂ ਉਹ ਸੱਚੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਕਿਵੇਂ ਕਰਨੀ ਚਾਹੀਦੀ? ਸਲਾਹੁਣ ਵਾਲਾ ਹੋ ਕੇ, ਸ਼ੁੱਧ ਮਨ ਦੇ ਨਾਲ, ਕੋਈ ਵਲ ਫਰੇਬ ਲਾਲਸਾ ਰੱਖ ਕੇ ਨਹੀਂ, ਕੋਈ ਸਾਧ ਸੰਗਤ ਮਨ ਦੇ ਵਿੱਚ ਫਰੇਬ ਰੱਖ ਕੇ ਨਹੀਂ, ਕਿ ਨਹੀਂ ਉਹ ਸੱਚੇ ਪ੍ਰਭੂ ਦੀ ਸਿਫਤ ਸਲਾਹ ਕਰਨ ਵਾਸਤੇ ਮਨੋਂ ਵੀ ਸੱਚੇ ਹੋ ਕੇ ਸੱਚ ਦੇ ਨਾਲ ਆਪਣੇ ਮਨ ਨੂੰ ਜੋੜ ਕੇ ਉਸ ਦੀ ਸਿਫਤ ਸਲਾਹ ਸੱਚੇ ਪ੍ਰਮਾਤਮਾ ਨੂੰ ਪਰਿਪੂਰਨ ਜਾਣ ਕੇ, ਸੱਚ ਜਾਣ ਕੇ ਕਿ ਉਹ ਹਰ ਜਗ੍ਹਾ ਸੱਚ ਹੈ, ਉਹ ਹਰ ਜਗ੍ਹਾ ਵਿਆਪਕ ਹੈ, ਉਹ ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ ਹੈ, ਤਾਂ ਉਸ ਦੀ ਸਿਫਤ ਸਲਾਹ ਕਰਨੀ ਬਣਦੀ ਹੈ। ਸੱਚ ਸੱਚਾ ਪੁਰਖ ਨਿਰਾਲੇ। ਕਿਉਂਕਿ ਉਹ ਸੱਚਾ ਪੁਰਖ ਆਪ ਦੁਨੀਆ ਤੋਂ ਵੱਖਰਾ ਹੈ, ਉਹ ਨਿਰਾਲਾ ਹੈ, ਉਹ ਸਾਰੀ ਦੁਨੀਆ ਦੀ ਲਹਿਤਾ ਕਰ ਰਿਹਾ ਹੈ, ਪਾਲਣਾ ਕਰ ਰਿਹਾ ਹੈ, ਸਾਰਿਆਂ ਤੇ ਪਰਪ ਕਰ ਰਿਹਾ ਹੈ, ਪਰ ਸਭ ਤੋਂ ਨਿਰਲੇਪ ਹੈ। ਇਹ ਉਹਦੀ ਸੱਚੇ ਦੀ ਸਿਫਤ ਸਲਾਹ ਹੀ ਇਹ ਹੈ ਕਿ ਉਹ ਸੱਚਾ ਪੁਰਖ ਆਪ ਨਿਰਾਲਾ ਹੈ। ਇਹ ਨਹੀਂ ਕਿ ਉਹ ਮੇਰੇ ਇਕੱਲੇ ਵਿੱਚ ਹੈ, ਮੇਰੇ ਤੋਂ ਵੀ ਨਿਰਾਲਾ ਹੈ, ਨਹੀਂ, ਉਹ ਦੂਜੇ ਵਿੱਚ ਹੀ ਨਹੀਂ, ਇਕੱਲੇ ਵਿੱਚ ਉਹ ਤੋਂ ਵੀ ਨਿਰਾਲਾ ਹੈ। ਜੇ ਕਿਸੇ ਨੂੰ ਬਖਸ਼ੀਆਂ ਕਰ ਦਿੱਤੀਆਂ, ਪ੍ਰਸੰਨ ਰਹਿਣਾ। ਸਾਧ ਸੰਗਤ ਜੀ, ਇਹ ਗੁਰੂ ਕੇ ਸਿੱਖਾਂ ਦਾ ਸੁਭਾਅ ਹੋਣਾ ਚਾਹੀਦਾ। ਕਿਸੇ ਨੂੰ ਵਡਿਆਈ ਦੇ ਦੇਵੇ ਪ੍ਰਮਾਤਮਾ ਕਿ ਸੱਚਾ ਪੁਰਖ ਨਿਰਾਲਾ ਭਾਈ, ਜੇ ਉਹਨੂੰ ਵਡਿਆਈ ਦਿੱਤੀ ਹੈ ਤੇ ਪ੍ਰਮਾਤਮਾ ਕਿਰਪਾ ਕਰਕੇ ਹੋਰਨਾਂ ਵੀ ਗੁਰਸਿੱਖਾਂ ਨੂੰ ਵਡਿਆਈਆਂ ਬਖਸ਼ ਦਿਓ। ਇਹ ਮਨ ਵਿੱਚ ਆ ਹੋਣਾ ਚਾਹੀਦਾ, ਈਰਖਾ ਸਾੜਾ ਨਹੀਂ ਹੋਣਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਨੀਆਂ ਹੀ ਬਖਸ਼ਿਸ਼ਾਂ ਕਰ ਦਿੰਦੇ ਨੇ।
ਇਸ ਕਰਕੇ ਇਹ ਸਮਝ ਕੇ ਕਿ ਉਹ ਸੱਚਾ ਪੁਰਖ ਹੈ ਤੇ ਉਹ ਦੁਨੀਆ ਨਾਲੋਂ ਆਪ ਵੱਖਰਾ ਨਿਰਾਲਾ ਹੈ। ਸੱਚ ਸੇਵੀ ਸੱਚ ਮਨ ਵਸੈ। ਕਹਿੰਦੇ ਭਾਈ ਜਦੋਂ ਸੱਚੇ ਦੀ ਸੇਵਾ ਕਰਾਂਗੇ ਨਾ ਸੱਚੇ ਮਨ ਦੇ ਨਾਲ, ਤੇ ਫਿਰ ਉਹ ਸੱਚਾ ਹੈ, ਉਹ ਫਿਰ ਸੱਚੇ ਮਨ ਦੇ ਵਿੱਚ ਆਪ ਆ ਕੇ ਵਾਸਾ ਕਰ ਲਵੇਗਾ। ਸੱਚ ਸੱਚਾ ਹਰ ਰਖਵਾਲੇ। ਤੇ ਸੱਚਾ ਹੀ ਆਪ ਹੈ ਭਾਈ। ਤੇ ਜਦੋਂ ਸੱਚੇ ਪ੍ਰਭੂ ਦੀ ਆਰਾਧਨਾ ਸੱਚੇ ਮਨ ਦੇ ਨਾਲ ਸੁੱਚ ਧਾਰ ਕੇ ਕੀਤੀ ਤੇ ਫਿਰ ਉਹ ਰੱਖਿਆ ਕਰੇਗਾ। ਫਿਰ ਭਾਈ ਰੱਖਿਆ ਕਿੱਥੇ ਕਰੇਗਾ? ਇੱਥੇ ਨਹੀਂ, ਉਹ ਇੱਥੇ ਵੀ ਰੱਖਿਆ ਕਰੇਗਾ, ਉਹ ਪ੍ਰਲੋਕ ਵਿੱਚ ਵੀ ਰੱਖਿਆ ਕਰੇਗਾ, ਉਹ ਜਮਾਂ ਤੋਂ ਵੀ ਰੱਖਿਆ ਕਰੇਗਾ, ਉਹ ਹਰ ਥਾਂ ਤੋਂ ਰੱਖਿਆ ਕਰੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ, ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨ ਕਹੈ ਸੰਗ। ਮਹਾਰਾਜ ਘਰੇ ਵੀ ਤੇਰਾ ਤੇ ਬਾਹਰ ਵੀ ਤੇਰਾ ਹੀ ਪ੍ਰਵਾਸਾ ਹੈ, ਤੂੰ ਆਪਣੇ ਜਨਾਂ ਦੇ ਹਮੇਸ਼ਾ ਹੀ ਅੰਗ ਸੰਗ ਹੈ। ਇਸ ਕਰਕੇ ਜਦੋਂ ਸੱਚੇ ਮਨ ਦੇ ਨਾਲ ਸੱਚ ਦੀ ਆਰਾਧਨਾ ਕੀਤੀ, ਸੱਚ ਤੇ ਸੋਚ ਰੱਖ ਕੇ ਉਹਦਾ ਜਾਪ ਜਪਿਆ, ਤੇ ਫਿਰ ਉਹ ਰੱਖਣ ਨੂੰ ਸਮਰੱਥ ਹੈ ਅਕਾਲ ਪੁਰਖ ਵਾਹਿਗੁਰੂ। ਸੱਚ ਸੱਚਾ ਜਿਨੀ ਆਰਾਧਿਆ। ਜਿਨ੍ਹਾਂ ਨੇ ਭਾਈ ਉਸ ਸੱਚੇ ਪ੍ਰਭੂ ਦਾ ਨਾਮ ਸੱਚੇ ਮਨ ਦੇ ਨਾਲ ਸੱਚੇ ਦਿਲੋਂ ਆਰਾਧਨਾ ਕੀਤੀ, ਸੇ ਜਾਏ ਰਲੇ ਸੱਚ ਨਾਲੇ। ਕਹਿੰਦੇ ਭਾਈ ਉਹ ਚਲਦਿਆਂ ਚਲਦਿਆਂ ਜਿਵੇਂ ਜਲ ਵਾੜੇ ਹੁੰਦੇ ਨੇ, ਜਿਹੜੇ ਚਸ਼ਮੇ ਪਹਾੜਾਂ ਵਿੱਚੋਂ ਫੁੱਟਦੇ ਨੇ, ਚਲਦੇ 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 ਉਹ ਅਖੀਰ ਨੂੰ ਸਮੁੰਦਰਾਂ ਵਿੱਚ ਜਾ ਕੇ ਜਲ ਦਾ ਰੂਪ ਬਣ ਜਾਂਦੇ ਨੇ। ਪਰ ਜਿਉਂ ਰਸਤਿਆਂ 'ਚ ਰੁਕ ਜਾਣ ਸਾਧ ਸੰਗਤ ਜੀ, ਉਹ ਖੜਾ ਪਾਣੀ ਸੁੱਕ ਜਾਂਦਾ ਹੈ। ਪਰ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸੱਚੇ ਨਾਮ ਨੂੰ ਜਪਦਿਆਂ ਜਪਦਿਆਂ ਗੁਰੂ ਕੇ ਪਿਆਰਿਆਂ ਨੇ ਉਦਮ ਨਹੀਂ ਛੱਡਿਆ। ਔਖੇ ਤੇ ਸੌਖੇ ਰਾਹਾਂ ਤੇ ਚਲਦਿਆਂ ਹੋਇਆਂ ਵੀ ਪ੍ਰਭੂ ਪਰਮਾਤਮਾ ਦੀ ਭਗਤੀ ਵਿੱਚ ਲੱਗੇ ਰਹੇ, ਤੇ ਫਿਰ ਉਹ ਸੱਚੇ ਦੇ ਨਾਲ ਪਰਮਾਤਮਾ ਦੇ ਨਾਲ ਜਾ ਕੇ ਮਿਲ ਗਏ, ਉਹਦੇ ਵਿੱਚ ਹੀ ਅਭੇਦ ਹੋ ਗਏ। ਸੱਚ ਸੱਚਾ ਜਿਨੀ ਨਾ ਸੇਵਿਆ। ਜਿਨ੍ਹਾਂ ਨੇ ਭਾਈ ਹੁਣ ਦੂਸਰੇ ਪਾਸੇ ਮਨਮੁਖਤਾਈ ਦੀ ਵੀ ਗੱਲ ਕਰਦੇ ਨੇ। ਇਹ ਗੁਰਮੁਖਤਾਈ ਦਾ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਕਹਿੰਦੇ ਹੁਣ ਮਨਮੁਖਾਂ ਦੀ ਹਾਲਤ ਵੇਖ ਲਓ। ਕਹਿੰਦੇ ਇਹ ਭਾਈ ਸੱਚੇ ਪ੍ਰਭੂ ਦਾ ਨਾਮ ਜਿਹੜੇ ਕਹਿੰਦੇ ਨਾ, ਜੇ ਉਹ ਵੀ ਸਾਡੇ ਵਰਗਾ ਹੀ ਹੈ ਨਾ, ਜਿਹੜੇ ਨਾਮ ਜਪਦੇ ਆ ਉਹ ਕਿਹੜਾ ਸਾਡੇ ਤੋਂ ਵੱਖਰੇ ਆ? ਐਵੇਂ ਹੀ ਅੰਮ੍ਰਿਤ ਵੇਲੇ ਉੱਠਦੇ ਆ, ਇਸ਼ਨਾਨ ਕਰਦੇ ਆ, ਗੁਰਦੁਆਰੇ ਜਾਂਦੇ ਆ, ਸੇਵਾ 'ਚ ਲੱਗੇ ਰਹਿੰਦੇ ਆ। ਅਸੀਂ 8 ਵਜੇ ਤੱਕ ਸੁੱਤੇ ਰਹਿੰਦੇ ਆ, ਸਾਡੇ ਵਰਗੇ ਹੀ ਹੈ ਨਾ। ਲੋ ਸੁਣ ਲਓ, ਧੰਨ ਗੁਰੂ ਰਾਮਦਾਸ ਮਹਾਰਾਜ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਕਿਰਪਾ ਕਰਦੇ ਨੇ। ਕਹਿੰਦੇ ਜਿਨ੍ਹਾਂ ਨੇ ਸੱਚੇ ਪ੍ਰਭੂ ਦਾ ਨਾਮ ਸੱਚੇ ਪਰਮਾਤਮਾ ਦਾ ਨਾਮ ਨਹੀਂ ਜਪਿਆ, ਸੇ ਮਨਮੁਖ ਮੂੜ ਬੇਤਾਲੇ। ਕਹਿੰਦੇ ਭਾਈ ਉਹ ਅਸਲ ਵਿੱਚ ਮਨਮੁਖ ਹੈ ਤੇ ਮੂਰਖ ਹੈ। ਹੁਣ ਕੋਈ ਬੰਦਾ ਦੂਜੇ ਨੂੰ ਕਹੇ ਨਾ ਤੂੰ ਮੂਰਖ ਹੈ, ਤੂੰ ਗੁਰਦੁਆਰੇ ਨਹੀਂ ਆਉਂਦਾ, ਤੇ ਉਹ ਲੜ ਪਊਗਾ ਅੱਗੋਂ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਕਹਿ ਰਹੇ ਨੇ ਕਿ ਉਹ ਮਨਮੁਖ ਮੂੜ ਬੇਤਾਲੇ। ਕਹਿੰਦੇ ਉਹ ਤਾਲ ਤੋਂ ਵੀ ਖੁੰਝੇ ਹੋਏ ਆ, ਆਪਣੀ ਜ਼ਿੰਦਗੀ ਦੇ ਤਾਲ ਤੋਂ ਵੀ ਖੁੰਝ ਗਏ ਤੇ ਮੂਰਖ ਬਣੇ ਹੋਏ ਨੇ। ਉਹ ਆਲ ਪਤਾਲ ਮੋਹ ਬੋਲਦੇ। ਕਹਿੰਦੇ ਉਹ ਆਲ ਪਤਾਲ ਬੋਲਦੇ ਆ ਵੀ ਕੀ ਫਾਇਦਾ ਨਾਮ ਜਪਣ ਦਾ, ਕੀ ਫਾਇਦਾ ਅੰਮ੍ਰਿਤ ਛਕਣ ਦਾ, ਕੀ ਫਾਇਦਾ ਸੇਵਾ ਕਰਨ ਦਾ। ਐਵੇਂ ਹੀ ਕਹਿੰਦੇ ਤੁਸੀਂ ਏਡੀ ਏਡੀਆਂ ਕਿਰਪਾਨਾਂ ਪਾਈ ਫਿਰਦੇ ਆ। ਕਹਿੰਦੇ ਇਹੋ ਜਿਹੀਆਂ ਗੱਲਾਂ ਆਲ ਪਤਾਲ ਬੋਲਦੇ ਆ, ਉਹਨਾਂ ਨੂੰ ਸਮਝ ਨਹੀਂ ਹੈ, ਬੇਸਮਝ ਦੇ ਵਿੱਚ ਹੀ ਬਹੁਤ ਕੁਝ ਬੋਲੀ ਜਾਂਦੇ ਹਨ। ਜੋ ਪੀਤੈ ਮਦ ਮਤਵਾਲੇ। ਕਹਿੰਦੇ ਭਾਈ ਜਿਵੇਂ ਸ਼ਰਾਬ ਪੀ ਕੇ, ਮਦ ਨਾਮ ਸ਼ਰਾਬ ਦਾ, ਪੀ ਕੇ ਕੋਈ ਸ਼ਰਾਬੀ ਆਦਮੀ ਬੋਲਦਾ ਨਾ, ਇਸ ਤਰ੍ਹਾਂ ਕਹਿੰਦੇ ਉਹਨੂੰ ਕੋਈ ਸੁਰਤ ਹੀ ਨਹੀਂ ਹੁੰਦੀ, ਸੁੱਧ ਹੀ ਨਹੀਂ ਹੁੰਦੀ। ਉਹ ਮਨਮੁਖਤਾਈ ਦੇ ਵਿੱਚ ਹੀ ਇੰਨੇ ਗਲਤਾਨ ਹੋਏ ਨੇ। ਭਾਈ ਗੁਰਦਾਸ ਜੀ ਕਹਿੰਦੇ ਮਨਮੁਖ ਸੁੱਕਾ ਬਿਰਸ਼ ਹੈ। ਸੁੱਕਾ ਬਿਰਸ਼ ਜਿਹੜਾ ਹੁੰਦਾ ਨਾ, ਕੜਸੋਕਰ ਬਿਰਸ਼, ਕਿਤੇ ਉਹ ਬੀਆਬਾਨ ਦੇ ਵਿੱਚ ਜੰਗਲ ਦੇ ਵਿੱਚ ਸੁੱਕਾ ਬਿਰਸ਼ ਹੋਵੇ, ਨਾ ਉਹਨੂੰ ਫੁੱਲ ਹੁੰਦੇ ਆ, ਨਾ ਉਹਨੂੰ ਫਲ ਲੱਗਦੇ ਨੇ, ਨਾ ਉਹਨੂੰ ਪੱਤਰੇ ਲੱਗਦੇ ਨੇ, ਨਾ ਉਹਦੇ ਤੇ ਹਰਿਆਵਲ ਹੁੰਦੀ ਹੈ, ਨਾ ਉਹਦੇ ਤੇ ਪੰਛੀ ਆ ਕੇ ਬੈਠਦੇ ਆ, ਨਾ ਉਹਦੀ ਛਾਂ ਹੁੰਦੀ ਹੈ। ਕਹਿੰਦੇ ਇਹੋ ਜਿਹਾ ਜਿਹੜਾ ਮਨਮੁਖ ਦਾ ਜੀਵਨ ਇੱਕ ਸੁੱਕੇ ਬਿਰਸ਼ ਦੇ ਨਿਆਈ ਹੈ, ਪੜਛੋਕੜ ਬਿਰਸ਼ ਦੀ ਨਿਆਈ। ਤੇ ਉਹਨਾਂ ਦਾ ਜੀਵਨ ਇਸ ਤਰ੍ਹਾਂ ਬਣ ਜਾਂਦਾ ਹੈ ਜਿਵੇਂ ਕਿਸੇ ਕਮਲੇ ਆਦਮੀ ਨੇ ਮਦ ਪੀਤਾ ਹੋਵੇ, ਸ਼ਰਾਬ ਪੀਤੀ ਹੋਵੇ, ਬਲਕਿ ਸ਼ਰਾਬ ਪੀ ਕੇ ਕਮਲਾ ਹੋਇਆ ਹੋਵੇ, ਇਹੋ ਜਿਹਾ ਉਹਨਾਂ ਦਾ ਜੀਵਨ ਬਣ ਜਾਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਇਹ ਕਿਰਪਾ ਕੀਤੀ ਹੈ।
ਸੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਤੇ ਦਿੱਲੀ ਕਮੇਟੀ ਨੂੰ ਬੜੇ ਦੇਸ਼ਾਂ ਵਿਦੇਸ਼ਾਂ ਚੋਂ ਫੋਨ ਆਉਂਦੇ ਸੀ ਕਿ ਕੋਈ ਇਹੋ ਜਿਹਾ ਪ੍ਰਬੰਧ ਕਰੋ ਕਿ ਗੁਰਬਾਣੀ ਦਾ ਸ਼ੁੱਧ ਪਾਠ ਸੰਗਤਾਂ ਨੂੰ ਸੰਥਿਆ ਦਿੱਤੀ ਜਾ ਸਕੇ। ਸੋ ਸਾਰਿਆਂ ਨੇ ਮਿਲ ਕੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ। ਸਿੰਘ ਸਾਹਿਬ ਹੁਣੀ ਰੋਜ਼ ਹੀ, ਬਲਕਿ ਸਾਰੇ ਹੀ ਗੁਰਧਾਮਾਂ ਤੋਂ ਆਪਾਂ ਨੂੰ ਰੋਜ਼ ਦੱਸਿਆ ਜਾਂਦਾ ਹੈ ਕਿ ਭਾਈ ਸੁੱਧ ਸੰਥਿਆ ਪੜ੍ਹਾਉਣ ਵਾਸਤੇ ਉਪਰਾਲਾ ਕੀਤਾ ਗਿਆ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਗਿਆਨੀ ਮੇਵਾ ਸਿੰਘ ਹੋਣਾ ਨੇ ਇਹ ਸੇਵਾ ਸੰਭਾਲੀ ਹੈ। ਸਾਧ ਸੰਗਤ ਜੀ ਅੱਗੇ ਤੋਂ ਵੀ ਹੋਰ ਵੀ ਜੇ ਸੰਗਤਾਂ ਚਾਹਣਗੀਆਂ ਤਾਂ ਆਨਲਾਈਨ ਵੀ, ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤੁਸੀਂ ਸਾਰਾ ਸੰਪਰਕ ਕਰਿਓ, ਜੇ ਚਾਹੋਗੇ ਤਾਂ ਆਨਲਾਈਨ ਵੀ ਇਹ ਸੰਥਿਆ ਪੰਜਾਂ ਬਾਣੀਆਂ ਦੀ, ਪੰਜ ਗ੍ਰੰਥੀ ਦੀ, ਸੁਖਮਨੀ ਸਾਹਿਬ ਦੀ, ਧੰਨ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਦੀ ਸੰਥਿਆ ਦੇਣ ਦਾ ਉਪਰਾਲਾ ਕੀਤਾ ਗਿਆ ਹੈ, ਤਾਂ ਕਿ ਇਹ ਸਾਡਾ ਮੁੱਢ ਹੈ। ਸਾਡਾ ਮੁੱਢ, ਅਸੀਂ ਮੁੱਢ ਨਾਲ ਜੁੜਾਂਗੇ, ਬਾਣੀ ਅਸੀਂ ਸੁੱਧ ਪੜ੍ਹਨੀ ਸਿੱਖ ਲਵਾਂਗੇ ਤੇ ਫਿਰ ਜਿੱਥੇ ਜ਼ਿੰਦਗੀ ਜਾਵਾਂਗੇ ਉੱਥੇ ਹੀ ਜਾ ਕੇ ਭਾਈ ਸੁੱਧ ਬਾਣੀ ਪੜ੍ਹ ਲਵਾਂਗੇ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਸਤਿਗੁਰੂ ਪਾਤਸ਼ਾਹ ਦੀ ਰਹਿਮਤ ਸਾਡੇ ਤੇ ਕਿਰਪਾ ਹੋਵੇਗੀ। 2 ਦਿਨ ਦੀ ਸੇਵਾ ਕਰਦਿਆਂ ਤੋਂ ਬੇਨਤੀ, ਗਲਤੀਆਂ, ਭੁੱਲਾਂ ਹੋਈਆਂ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ, ਸਾਰਿਆਂ ਦਾ ਹੀ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਸਮੇਂ ਦੀ ਵੰਡ ਕਰਦਿਆਂ ਹੋਇਆਂ ਦਾਸ ਨੂੰ ਵੀ ਇਸ ਨਿਮਾਣੇ ਸੇਵਕ ਨੂੰ ਸੇਵਾ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਆਓ ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਅੱਜ ਦੀ ਕਥਾ ਦੀ ਸਮਾਪਤੀ ਹੈ ਜੀ। ਸੱਚ ਸੱਚਾ ਜਿਨੀ ਨਾ ਸੇਵਿਆ, ਸੇ ਮਨ ਮੁਖ ਮੂੜ ਬੇਤਾਲੇ। ਉਹ ਆਲ ਪਤਾਲ ਮੋਹ ਬੋਲਦੇ, ਜਿਉ ਪੀਤੈ ਮਦ ਮਤਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।